ਇਹ ਬੈਰੀਗੇਟਾਂ ਦੇ ਉੱਪਰ ਅਲੱਗ-ਅਲੱਗ ਸਲੋਗਨ ਲਿਖੇ ਹੋਏ ਨੇ, ਅਲੱਗ-ਅਲੱਗ ਜਥੇਬੰਦੀਆਂ ਦੇ ਵੱਲੋਂ ਇਹ ਜਿਹੜੇ ਸਲੋਗਨ ਨੇ ਉਹ ਲਿਖੇ ਗਏ ਨੇ। ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਜਿਹੜੀਆਂ। ਇਹ ਬੈਰੀਗੇਟ ਲਾਉਣ ਦਾ ਕਾਰਨ ਕੀ ਆ? ਪ੍ਰੋਟੈਸਟ ਕਰ ਰਹੇ ਨੇ ਸਟੂਡੈਂਟ ਇੱਕ ਆਪਣੇ ਹੱਕਾਂ ਦੇ ਲਈ। ਇਹਨਾਂ ਨੂੰ ਕਿਵੇਂ ਦੇਖਦੇ ਹੋ? ਤੁਹਾਡੀ ਗੱਲਬਾਤ ਵੀ ਹੋਈ ਅੰਦਰ। ਕੋਈ ਵਰਗ ਨਹੀਂ ਛੱਡਿਆ, ਕੋਈ ਕਿੱਤਾ ਨਹੀਂ ਛੱਡਿਆ, ਹਰ ਇੱਕ ਥਾਂ ਤੇ ਹੱਕ ਖੋਣੇ ਆ ਤੇ ਪੰਜਾਬ ਨੇ ਹੱਕ ਖੋਣ ਨਹੀਂ ਦੇਣੇ। ਕਿਸਾਨੀ ਦਾ ਲੈ ਲਓ, ਮਜ਼ਦੂਰਾਂ ਦਾ ਲੈ ਲਓ, ਸਟੂਡੈਂਟਾਂ ਦਾ ਲੈ ਲਓ, ਕਿਸੇ ਦਾ ਵੇਖ ਲਓ, ਆਹੀ ਕੰਮ ਚੱਲ ਰਿਹਾ। ਇੱਕ ਟਾਈਮ ਵਾਅਦਾ ਕਰਿਆ ਸੀਗਾ ਪੰਜਾਬ ਦੇ ਨਾਲ ਕਿ ਤੁਹਾਨੂੰ ਲਾਹੌਰ ਵਰਗਾ ਸ਼ਹਿਰ ਦੇਵਾਂਗੇ। ਅੱਜ ਉਸ ਸ਼ਹਿਰ ਦੇ ਵਿੱਚੋਂ ਪੰਜਾਬੀਆਂ ਨੂੰ ਬਾਹਰ ਕਰਨ ਦੀਆਂ ਤਿਆਰੀਆਂ ਨੇ। ਕੀ ਲੱਗਦਾ? ਇਸੇ ਲਈ ਬੈਠੇ ਆ ਕਿ ਇਹ ਪਹਿਲਾਂ ਯੂਨੀਵਰਸਿਟੀ 'ਚੋਂ ਬਾਹਰ ਕਰੋ, ਚੰਡੀਗੜ੍ਹ 'ਚੋਂ ਬਾਹਰ ਕਰੋ, ਔਰ ਲਿਆਉਣਾ ਵੀ ਕਿਹਨੂੰ ਹੈ? ਦਿੱਲੀ ਨੂੰ। ਦਿੱਲੀ ਨੂੰ ਲਿਆਉਣਾ। ਔਰ ਰੂਸ਼ਾਂ ਤਾਂ ਉੱਡ ਗਈਆਂ ਕਿਸੇ ਪਾਸੇ। ਤਰ੍ਹਾਂ ਤਰ੍ਹਾਂ ਦੇ ਲੋਕ ਨੇ। ਇੱਕ ਰੰਗ 'ਚ ਰੰਗੂਗੇ ਨਹੀਂ ਚੰਗਾ ਲੱਗਣਾ, ਭਲਾ ਕੋਈ ਵੀ ਰੰਗ ਹੋਵੇ। ਚੰਗੇ ਕੰਮ ਕਰੋ ਸਾਰੇ ਮਗਰ ਲੱਗਾਂਗੇ, ਮਾੜੇ ਕੰਮ ਕਰੋਗੇ ਤਾਂ ਐਂ ਵਿਰੋਧ ਸੌਂਗੇ, ਚਾਹੇ ਉਹ ਦਿੱਲੀ ਦੇ ਬਾਰਡਰਾਂ ਤੇ ਹੋਵੇ, ਚਾਹੇ ਯੂਨੀਵਰਸਿਟੀ 'ਚ ਹੋਵੇ, ਚਾਹੇ ਕਿਸੇ ਪਿੰਡ 'ਚ ਹੋਵੇ। ਇੱਕ ਢੇਰੀ ਕਬਜ਼ਾ ਕਰਨ ਨੂੰ ਬੈਠੀ ਹੁੰਦੀ ਹੈਗੀ ਸਾਰੀ ਚੀਜ਼ ਦੇ ਉੱਪਰ, ਕਾਲਜਾਂ ਦੇ ਉੱਪਰ, ਯੂਨੀਵਰਸਿਟੀਆਂ ਦੇ ਉੱਪਰ, ਜਾਂ ਕਿਸੇ ਹੋਰ ਖਿੱਤੇ ਦੇ ਉੱਪਰ। ਇਹ ਤਾਂ ਨਹੀਂ ਲੱਗਦਾ ਹੈਗਾ ਕਿਤੇ? ਅੱਜ ਸਾਰੇ ਜਦੋਂ ਇੱਥੇ ਬੈਠੇ ਹੋਏ ਆ ਨਾ, ਇਸ ਕਬਜ਼ੇ ਤੋਂ ਬਚਣ ਲਈ ਬੈਠੇ ਆ ਕਿ ਇਹ ਕਬਜ਼ਾ ਨਹੀਂ ਕਰਨ ਦੇਣਾ। ਔਰ ਪੰਜਾਬ ਹਮੇਸ਼ਾ ਹੀ ਖੜਾ ਹੁੰਦਾ ਰਿਹਾ ਕਬਜ਼ਿਆਂ ਦੇ ਖਿਲਾਫ, ਉਹ ਚਾਹੇ ਅਬਦਾਲੀ ਦਾ ਕਬਜ਼ਾ ਹੋਵੇ। ਜਿਉਂਦੀਆਂ ਕੌਮਾਂ, ਜਿਉਂਦੇ ਲੋਕ ਨਾ ਡਾਕੇ ਵੱਜਣ ਦਿੰਦੇ ਐ, ਨਾ ਵੱਜਣ ਦਿੱਤੇ ਸੀ ਤੇ ਨਾ ਵੱਜਣ ਦੇਵਾਂਗੇ। ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਜਾਂਦੀਆਂ ਨੇ, ਪਰ ਅੱਜ ਤੁਸੀਂ ਪਾਰਟੀ ਨੂੰ ਇੱਕ ਸਾਈਡ ਤੇ ਰੱਖ ਕੇ ਸਟੂਡੈਂਟਾਂ ਦੀ ਹਮਾਇਤ 'ਚ ਬੈਠੇ ਹੋ। ਜਿੱਥੋਂ ਤੁਸੀਂ ਜੰਮੇ ਪਲੇ, ਜਿੱਥੋਂ ਤੁਸੀਂ ਸਿੱਖਿਆ ਸਾਰਾ ਕੁਝ, ਇੱਕ ਆਪਣੀ ਮਾਂ ਨੂੰ ਬਚਾਉਣ ਦੀ ਖਾਤਰ ਬੈਠੇ ਹੋ ਪੰਜਾਬ ਯੂਨੀਵਰਸਿਟੀ ਨੂੰ। ਕੀ ਲੱਗਦਾ ਗਾ? ਜਿਵੇਂ ਸਾਨੂੰ ਧਰਮਾਂ 'ਚ ਵੰਡਤਾ ਨਾ ਵੀ ਤੁਹਾਡੀ ਜਾਤ ਇਹ ਹੈ ਜੀ, ਆਪਾਂ ਬੱਚਾ ਜਨਮਦਾ ਬਾਅਦ 'ਚ ਆ, ਉਹਨੂੰ ਕੀ ਪਤਾ ਹੁੰਦਾ ਮੇਰੀ ਕੀ ਕਾਸਟ ਆ। ਉਹ ਤਾਂ ਜਦੋਂ ਪੈਦਾ ਹੁੰਦਾ ਉਹਨੂੰ ਦੱਸ ਦਿੰਦੇ ਹੋ ਭਾਈ ਤੂੰ ਜੱਟ ਆ, ਤੂੰ ਸ਼ਰਮਾ, ਤੂੰ, ਉਹਨੂੰ ਸਿਖਾਇਆ ਜਾਂਦਾ। ਮੰਗਾਂ ਨੇ, ਚਾਹੇ ਸਟੂਡੈਂਟਸ ਦੀਆਂ ਨੇ, ਚਾਹੇ ਆਪਦੇ ਲੋਕਾਂ ਦੀਆਂ ਨੇ, ਉਹਨਾਂ ਨੂੰ ਤਾਂ ਹੀ ਪੂਰਾ ਕਰ ਸਕਦੇ ਹੋ ਨਾ ਜਦ ਹਰੇਕ ਦੇ ਦੁੱਖ ਦੇ ਵਿੱਚ ਤੁਹਾਨੂੰ ਆਪਦਾ ਦੁੱਖ ਨਜ਼ਰ ਆਊਗਾ। ਜੇ ਮੈਂ ਸੋਚੂੰਗਾ ਵੀ ਮੈਨੂੰ ਕੀ ਲੈਣਾ ਦੇਣਾ ਯਾਰ, ਮੈਂ ਤਾਂ MLA ਬਣਿਆ ਹੋਇਆ, ਮੈਂ ਤਾਂ ਉਰੋਂ ਯੂਨੀਵਰਸਿਟੀਓਂ ਪੜ੍ਹ ਵੀ ਗਿਆ, ਮੈਂ ਤਾਂ ਪ੍ਰਧਾਨ ਵੀ ਬਣ ਗਿਆ, ਹੁਣ ਕਿਹੜਾ ਦੁਬਾਰੇ ਮੈਂ ਇੱਥੇ ਕਿਤੇ ਪ੍ਰਧਾਨ ਖੜਨਾ, ਜਾਂ ਮੈਂ ਕਿਹੜਾ ਸੈਨੇਟ ਦੀ ਇਲੈਕਸ਼ਨ ਲੜਨੀ ਆ, ਜਾਂ ਮੈਂ ਕਿਹੜਾ ਸੈਨੇਟ ਦੀ ਇਲੈਕਸ਼ਨ ਲੜਨੀ ਆ। ਯੂਨੀਵਰਸਿਟੀ ਦੇ ਵਿੱਚ ਜਿਹੜੇ ਨੌਜਵਾਨ ਪੜ੍ਹਦੇ ਨੇ ਉਹ ਰਾਜਨੀਤੀ ਦੇ ਵਿੱਚ ਜਾਂਦੇ ਨੇ, ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰੀ ਜਾ ਰਹੀ ਵੀ ਇਹ ਨੌਜਵਾਨ ਨਹੀਂ ਪੜ੍ਹ ਕੇ ਕਿਤੇ ਰਾਜਨੀਤੀ 'ਚ ਨਾ ਆ ਜਾਏ। ਔਰ ਮੰਨ ਲਓ ਅਸੀਂ ਗਲਤ ਹੈ, ਸਾਰੇ ਗਲਤ, ਸਾਰੇ ਹੀ ਗਲਤ। ਤੁਸੀਂ ਆਓ, ਤੁਸੀਂ ਸਾਹਮਣੇ ਆ ਕੇ ਲੌਜੀਕਲੀ ਦੱਸੋ ਕਿ ਦਿਸ ਇਜ਼ ਦੀ ਰੀਜ਼ਨ ਅਸੀਂ ਆ ਚੇਂਜ ਤਾਂ ਕਰ ਰਹੇ ਹਾਂ। ਸਾਡੇ ਕੋਲ ਜਵਾਬ ਹੀ ਨਹੀਂ ਹੋਊਗਾ, ਤੁਰ ਜਾਾਂਗੇ। ਲੋਕਾਂ ਨੇ ਚੁਣ ਕੇ ਭੇਜਿਆ, ਲੋਕ ਸੜਕਾਂ ਤੇ ਬੈਠੇ ਨੇ, ਚਾਹੇ 50 ਟੈਂਪਰੇਚਰ ਹੋਵੇ, ਚਾਹੇ 0 ਹੋਵੇ, ਚਾਹੇ ਗੋਡੇ ਗੋਡੇ ਪਾਣੀ ਹੋਵੇ, ਤੁਹਾਨੂੰ ਪਰਵਾਹੀ ਕੋਈ ਨਹੀਂ, ਤੁਹਾਨੂੰ ਪਰਵਾਹੀ ਕੋਈ ਨਹੀਂ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀ ਆ, ਪਰ ਪੰਜਾਬ ਦੀ ਇੱਕ ਲਹਿਰ ਚੱਲੀ, ਜਵਾਨੀ ਡੋਬ ਕੇ ਰੱਖਤੀ। ਦੂਜੀ ਲਹਿਰ ਚੱਲੀ ਨਸ਼ੇ ਦੀ ਲਹਿਰ ਦੇ ਵਿੱਚ ਜਵਾਨੀ ਨੂੰ ਡੋਬਤਾ। ਤੇ ਹੁਣ ਤੀਜੀ ਲਹਿਰ ਚੱਲ ਰਹੀ ਆ ਆਈਲੈਟਸਾਂ ਦੇ ਨਾਲ ਜਵਾਨੀ ਦੇ ਜਹਾਜ਼ ਭਰ ਬਾਹਰ ਨੂੰ ਜਾ ਰਹੇ ਨੇ। ਕੌਮ ਸੀ ਜਿਹੜੀ ਇਹ ਪਲਾਨ ਕਰਨ ਵਾਲੀ ਥੋੜੀ ਸੀ, ਭੱਜਣ ਵਾਲੀ ਥੋੜੀ ਸੀ। ਇਹ ਤਾਂ ਭਜਾਉਣ ਵਾਲੀ ਸੀ, ਇਹ ਤਾਂ ਖੜਨ ਵਾਲੀ ਸੀ, ਅੜਨ ਵਾਲੀ ਸੀ। ਅੱਜ ਅਸੀਂ ਪਲਾਨ ਕਰਕੇ ਭੱਜੇ ਜਾ ਰਹੇ ਹਾਂ। ਤੇ ਤੁਸੀਂ ਇਸ ਲਈ ਜਾ ਰਹੇ ਹੋ ਨਾ ਕਿ ਇੱਥੇ ਰੁਪਇਆ ਨਹੀਂ, ਇੱਥੇ ਨੌਕਰੀ ਨਹੀਂ, ਇੱਥੇ ਧੱਕੇ ਹੁੰਦੇ ਆ। ਤਾਂ ਜੋ ਕਰਦਾ ਉਹਨੂੰ ਬਦਲੋ। ਅਸਰਾਬੇ ਹਰੀ ਕਿੱਥੋਂ ਆਏ ਸੀ? ਬੱਬਰ ਅਕਾਲੀ ਦਲ ਕਿੱਥੋਂ ਆਇਆ ਸੀ? ਇੱਥੋਂ ਹੀ ਉੱਠੇ ਸੀ। ਤੁਹਾਨੂੰ ਖੜਨਾ ਪਊਗਾ, ਲੜਨਾ ਪਊਗਾ ਹੱਕਾਂ ਲਈ। ਗੁਰੂ ਸਾਹਿਬ ਨੇ ਨਹੀਂ ਕਿਹਾ ਰਾਜ ਨਿੱਜ ਬਲ ਨਾਲ। ਨਿੱਜ ਬਲ ਤਾਂ ਉਹ ਤਾਂ ਰਾਜ ਦੀ ਗੱਲ ਹੈ। ਅਸੀਂ ਆਪਦਾ ਹੱਕ ਵੀ ਨਹੀਂ ਲੈ ਸਕਦੇ ਯਾਰ, ਅਸੀਂ ਆਪਦਾ ਹੱਕ ਵੀ ਨਹੀਂ ਲੈ ਸਕਦੇ ਯਾਰ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੇ ਗੱਲ ਕਰਦੇ ਆ ਤਾਂ ਪੰਜਾਬ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਗਾ। ਜਦੋਂ ਲਾਹੌਰ ਵੰਡਿਆ ਗਿਆ, ਲਾਹੌਰ ਅਲੱਗ ਹੋਇਆ ਭਾਰਤ ਤੋਂ, ਤਾਂ ਉਦੋਂ ਇੱਕ ਵਾਅਦਾ ਕਰਿਆ ਗਿਆ ਪੰਜਾਬ ਦੇ ਨਾਲ, ਚੜ੍ਹਦੇ ਪੰਜਾਬ ਦੇ ਨਾਲ, ਕਿ ਤੁਹਾਨੂੰ ਲਾਹੌਰ ਵਰਗਾ ਸ਼ਹਿਰ ਦਿੱਤਾ ਜਾਊਗਾ। ਉਹ ਸ਼ਹਿਰ ਸੀ ਚੰਡੀਗੜ੍ਹ। 28 ਪਿੰਡ ਉਜਾੜ ਕੇ ਪੰਜਾਬ ਦੇ ਵਸਿਆ। ਤੇ ਅੱਜ ਜੇ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦੀ, ਪੰਜਾਬ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿੱਥੋਂ ਵੱਡੇ ਵੱਡੇ ਕਲਾਕਾਰ ਪੈਦਾ ਹੋਏ, ਜਿੱਥੋਂ ਵੱਡੇ ਵੱਡੇ ਲੇਖਕ ਪੈਦਾ ਹੋਏ। ਤੇ ਜੇ ਅੱਜ ਤੁਹਾਨੂੰ ਇੱਥੇ ਗੱਲਬਾਤ ਕਰਨ ਦੇ ਲਈ ਅਸੀਂ ਆਏ ਹਾਂ, ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਇੱਕ ਬੜਾ ਵੱਡਾ ਮੁੱਦਾ ਖੜਾ ਹੋਇਆ ਗਾ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬੈਰੀਗੇਟ ਲੱਗੇ ਹੋਏ ਨੇ। ਇਹ ਬੈਰੀਗੇਟਾਂ ਦੇ ਉੱਪਰ ਅਲੱਗ-ਅਲੱਗ ਸਲੋਗਨ ਲਿਖੇ ਹੋਏ ਨੇ, ਅਲੱਗ-ਅਲੱਗ ਜਥੇਬੰਦੀਆਂ ਦੇ ਵੱਲੋਂ ਇਹ ਜਿਹੜੇ ਸਲੋਗਨ ਨੇ ਉਹ ਲਿਖੇ ਗਏ ਨੇ। ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਜਿਹੜੀਆਂ। ਇਹ ਬੈਰੀਗੇਟ ਲਾਉਣ ਦਾ ਕਾਰਨ ਕੀ ਆ?
ਇੱਥੇ ਸਾਡੇ ਨਾਲ ਇਸ ਵਕਤ ਅਮਿਤੋਜ ਮਾਨ ਮੌਜੂਦ ਰਹਿਣਗੇ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜਿਹੜੇ ਸੈਨੇਟ ਦੀ ਚੋਣ ਲੜ ਰਹੇ ਸੀਗੇ ਰਵਿੰਦਰ ਸਿੰਘ ਬਿੱਲਾ ਉਰਫ ਬਿੱਲਾ ਧਾਲੀਵਾਲ, ਉਹ ਵੀ ਮੌਜੂਦ ਰਹਿਣਗੇ ਤੇ ਹੋਰ ਵੀ ਜਿਹੜੇ ਉੱਘੇ ਇੱਥੋਂ ਦੇ ਪ੍ਰਚਾਰਕ ਨੇ ਜਾਂ ਜਿਹੜੇ ਇੱਥੋਂ ਦੇ ਕਲਾਕਾਰ ਨੇ ਜਾਂ ਜਿਹੜੇ ਇੱਥੋਂ ਦੇ ਲੇਖਕ ਨੇ, ਬੁੱਧੀਜੀਵੀ ਨੇ, ਉਹ ਵੀ ਮੌਜੂਦ ਰਹਿਣਗੇ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇੱਧਰਲੇ ਪਾਸੇ ਪ੍ਰੋਟੈਸਟ ਆ ਜਿਹੜਾ ਉਹ ਚੱਲ ਰਿਹਾ ਗਾ, ਧਰਨਾ ਗਾ ਜਿਹੜਾ ਉਹ ਲੱਗਿਆ ਹੋਇਆ ਗਾ। ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਜਿਹੜੀਆਂ ਇੱਥੇ ਹਰਫ ਚੀਮਾ ਆਏ ਹੋਏ ਨੇ ਤੇ ਹੋਰ ਜਿਹੜੇ ਨੌਜਵਾਨ ਨੇ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਸੰਬੰਧ ਰੱਖਦੇ ਨੇ ਉਹ ਵੀ ਪਹੁੰਚੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ। ਗੱਲਬਾਤ ਕਰ ਦਿਆਂਗੇ ਬਾਈ ਅਮਤੋਜ ਦੇ ਨਾਲ। ਬਾਈ ਪਹਿਲਾਂ ਤਾਂ ਸਵਾਗਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਕਿਵੇਂ ਦੇਖਦੇ ਹੋ ਅੱਜ ਜਿਹੜੀਆਂ ਇਹ ਤਸਵੀਰਾਂ ਨੇ ਇੱਥੇ ਦਿਖਾਈਆਂ ਨੇ ਦਰਸ਼ਕਾਂ ਨੂੰ, ਪ੍ਰੋਟੈਸਟ ਕਰ ਰਹੇ ਨੇ ਸਟੂਡੈਂਟ ਇੱਕ ਆਪਣੇ ਹੱਕਾਂ ਦੇ ਲਈ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਤੁਹਾਡੀ ਗੱਲਬਾਤ ਵੀ ਹੋਈ ਅੰਦਰ। ਹੱਕ ਖੋਣ ਦੀ ਬਸ ਹਰ ਪਾਸੇ ਕੋਈ ਵਰਗ ਨਹੀਂ ਛੱਡਿਆ, ਕੋਈ ਕਿੱਤਾ ਨਹੀਂ ਛੱਡਿਆ, ਹਰ ਇੱਕ ਥਾਂ ਤੇ ਹੱਕ ਖੋਣੇ ਹੈ ਤੇ ਪੰਜਾਬ ਨੇ ਹੱਕ ਖੋਣ ਨਹੀਂ ਦੇਣੇ। ਔਰ ਹੱਕ ਔਰ ਸੱਚ ਦੀ ਆਵਾਜ਼ ਇਹਨਾਂ ਨੂੰ ਅੱਖਰਦੀ ਹੈ, ਇਸੇ ਲਈ ਪੰਜਾਬ ਅੱਖਰਦਾ। ਕਿਸਾਨੀ ਦਾ ਲੈ ਲਓ, ਮਜ਼ਦੂਰਾਂ ਦਾ ਲੈ ਲਓ, ਸਟੂਡੈਂਟਾਂ ਦਾ ਲੈ ਲਓ, ਕਿਸੇ ਦਾ ਵੇਖ ਲਓ, ਆਹੀ ਕੰਮ ਚੱਲ ਰਿਹਾ। ਇੱਕ ਟਾਈਮ ਵਾਅਦਾ ਕਰਿਆ ਸੀਗਾ ਪੰਜਾਬ ਦੇ ਨਾਲ ਕਿ ਤੁਹਾਨੂੰ ਲਾਹੌਰ ਵਰਗਾ ਸ਼ਹਿਰ ਦੇਵਾਂਗੇ, ਅੱਜ ਉਸ ਸ਼ਹਿਰ ਦੇ ਵਿੱਚੋਂ ਪੰਜਾਬੀਆਂ ਨੂੰ ਬਾਹਰ ਕਰਨ ਦੀਆਂ ਤਿਆਰੀਆਂ ਨੇ, ਕੀ ਲੱਗਦਾ? ਯੂ ਰਾਈਟ। ਇਸੇ ਲਈ ਆ ਬੈਠੇ ਆ, ਇਸੇ ਲਈ ਬੈਠੇ ਆ ਕਿ ਇਹ ਪਹਿਲਾਂ ਯੂਨੀਵਰਸਿਟੀ ਚੋਂ ਬਾਹਰ ਕਰੋ, ਚੰਡੀਗੜ੍ਹ ਚੋਂ ਬਾਹਰ ਕਰੋ, ਔਰ ਲਿਆਉਣਾ ਵੀ ਕਿਹਨੂੰ ਹੈ? ਦਿੱਲੀ ਨੂੰ। ਦਿੱਲੀ ਨੂੰ ਲਿਆਉਣਾ। ਔਰ ਰੂਸ਼ੂਆਂ ਤਾਂ ਉੱਡ ਗਈਆਂ ਕਿਸੇ ਪਾਸੇ। ਹੁਣ ਤੁਸੀਂ ਮੈਨੂੰ ਇੱਕ ਸਭ ਤੋਂ ਅਹਿਮ ਗੱਲ ਜਿਹੜੀ ਹੈ, ਇਹ ਸਾਰੇ ਇੱਥੇ ਪੜ੍ਹੇ ਹੋਏ ਨੇ, ਇੱਥੋਂ ਦੇ, ਇਹ ਪਾਰਟੀ 'ਚ ਬਾਅਦ 'ਚ ਨੇ, ਪਹਿਲਾਂ ਇਹ ਇਸ ਯੂਨੀਵਰਸਿਟੀ ਦੇ ਨੇ, ਸਾਰੇ ਜਿੰਨੇ ਬੈਠੇ ਨੇ। ਇਹ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਹੜੀ ਵਾਹਿਦ ਹੈ ਯੂਨੀਵਰਸਿਟੀ ਆਪਣੇ ਦੇਸ਼ 'ਚ ਜਿਹੜੀ ਇਲੈਕਟਡ ਹੈ, ਜਿਹਦਾ ਸਵਰੂਪ ਡੈਮੋਕ੍ਰੇਟਡ ਹੈ। ਇਹ ਨੋਮੀਨੇਟਡ ਨਹੀਂ ਗੀ। ਇੱਥੇ ਲੋਕ ਜਿਹੜੀਆਂ ਵੋਟਾਂ ਨੇ ਯੂਨੀਵਰਸਿਟੀ ਦੀਆਂ 4 ਤੋਂ 5 ਲੱਖ ਵੀ ਆ ਜਾਂਦੀਆਂ ਨੇ, ਉਹ ਸਾਰੇ ਜਣੇ ਆਪਦਾ ਸੈਨੇਟ ਚੁਣਦੇ ਹੈ ਔਰ ਉਹ ਸੈਨੇਟ ਇਸ ਯੂਨੀਵਰਸਿਟੀ ਨੂੰ ਚਲਾਉਂਦੀ ਹੈ। ਹੁਣ ਇਹ ਕੀ ਕਹਿ ਰਹੇ ਕਿ ਨਹੀਂ ਜੀ ਸੈਨੇਟ ਨਹੀਂ ਚਲਾਊਗੀ, ਇਹ ਵੀਸੀ ਵੱਲੋਂ ਔਰ ਉੱਪਰੋਂ ਚਾਂਸਲਰ ਵੱਲੋਂ ਨੋਮੀਨੇਟਡ ਸੈਨੇਟ ਦੇ ਮੈਂਬਰ ਚਲਾਉਣਗੇ। ਇੱਕ ਰੰਗ 'ਚ ਰੰਗਣ ਦੀ ਗੱਲ, ਜਦ ਕਿ ਤੁਸੀਂ ਹੈਰਾਨ ਹੋਵੋਗੇ ਕਿ ਇਹ ਚੀਜ਼ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ ਸੀ। ਇਹ ਪੰਜਾਬ ਯੂਨੀਵਰਸਿਟੀ ਐਕਟ ਹੈ 47 ਦਾ, ਉਹਦੇ ਤਹਿਤ ਚੱਲ ਰਹੀ ਹੈ। ਉਹਦੇ ਤਹਿਤ ਇੱਕ ਸਾਨੂੰ ਪ੍ਰੋਟੈਕਸ਼ਨ ਮਿਲ ਗਈ ਕਿ ਜਾਂ ਤਾਂ ਪਾਰਲੀਮੈਂਟ ਬਦਲੂ ਜਾਂ ਸੈਨੇਟ ਖੁਦ ਬਦਲੂ। ਪਾਰਲੀਮੈਂਟ 'ਚ ਇੰਨਾ ਰੌਲਾ ਨਹੀਂ ਪਵਾਉਣਾ ਚਾਹੁੰਗੇ ਕਿ ਯੂਨੀਵਰਸਿਟੀ ਦਾ ਇਸ਼ੂ ਪਾਰਲੀਮੈਂਟ 'ਚ ਲੈ ਕੇ ਜਾਣ ਤੇ 2 ਸਦਨਾਂ 'ਚ ਪਾਸ ਕਰਾਉਣ। ਤਾਂ ਇਹਨਾਂ ਦੀ ਹੁਣ ਇੱਕੋ ਕੋਸ਼ਿਸ਼ ਸੀ ਕਿ ਆਪਣਾ ਸੈਨੇਟ ਦੇ ਵਿੱਚ ਬਹੁਮਤ ਬਣਾਓ। ਜਦੋਂ ਬਹੁਮਤ ਲੱਗਿਆ ਨਹੀਂ ਬਣ ਸਕਦਾ ਇਲੈਕਟਡ ਹੋ ਕੇ, ਤਾਂ ਫਿਰ ਇੱਕ ਨਵਾਂ ਤਰੀਕਾ ਕੱਢਿਆ ਕਿ ਇਲੈਕਸ਼ਨ ਹੀ ਨਾ ਕਰਾਓ ਤੇ ਜਿਹੜੇ ਨੋਮੀਨੇਟਡ ਚਿਹਰੇ ਹੋਣਗੇ ਹੌਲੀ ਹੌਲੀ ਉਹ ਦੂਜੀ ਪ੍ਰੈਕਟਿਸ 'ਚ ਲੈ ਜਾਓ, ਔਰ ਜੋ ਨਿਯੁਕਤੀਆਂ ਹੋਣ, ਜੋ ਸਿਲੇਬਸ ਹੋਵੇ, ਉਹ ਸਭ ਇਹਨਾਂ ਦੀ ਮਰਜ਼ੀ ਨਾਲ ਹੋ ਜੇ। ਇਹ ਗਏ ਕੋਰਟ ਦੇ ਵਿੱਚ, ਕੋਰਟ ਨੇ ਫੈਸਲਾ ਦਿੱਤਾ ਕਿ ਇਲੈਕਸ਼ਨ ਕਰਾਓ। ਜਲਵੇ ਵੇਖੋ ਇਹਨਾਂ ਦੇ, ਕੋਰਟ ਨੇ ਕਹਿਤਾ ਹੁਣ ਕਰਾਉਣੇ ਪੈਣਗੇ। ਫਿਰ ਕੀ ਕੀਤਾ ਕਿ ਲਓ ਜੀ ਇੱਕ ਦਿਨ ਫਿਕਸ ਕਰਤਾ, 18 ਤਰੀਕ ਹੈ ਅੱਜ ਦੀ ਦਿਨ। ਫਿਰ ਇਹ ਖੁਦ ਗਏ ਦੁਬਾਰਾ, ਆਦੇ ਨਹੀਂ ਜੀ ਉਦੋਂ ਤਾਂ ਬੁੱਧਵਾਰ ਹੈ, ਤਾਂ ਕਰੋਨਾ ਦਾ ਜਾਂ ਜਿਹੜਾ ਕੋਵਿਡ ਚੱਲ ਰਿਹਾ ਇਹਦੇ ਕਰਕੇ ਉਹ ਸਕੂਲਾਂ ਨੇ ਮਨਾ ਕਰਤਾ ਹੈ। ਤਾਂ ਜਦੋਂ ਤੁਸੀਂ ਪਹਿਲਾਂ ਕੀਤਾ ਸੀ, ਇਹ ਡੇਟ ਲਈ ਸੀ, ਉਦੋਂ ਤੁਹਾਨੂੰ ਨਹੀਂ ਪਤਾ ਸੀ ਕੋਵਿਡ ਹੈ? ਕੋਵਿਡ ਤਾਂ 2 ਸਾਲ ਦਾ ਚੱਲੀ ਜਾਂਦਾ ਹੈ, ਉਦੋਂ ਨਹੀਂ ਪਤਾ ਸੀ ਤੁਹਾਨੂੰ? ਉਦੋਂ ਜਾਣਬੁੱਝ ਕੇ ਇਹ ਡੇਟ ਲਈ ਗਈ ਕਿ ਉਹ ਇਹਨੂੰ ਕੈਂਸਲ ਵੀ ਕਰ ਸਕੀਏ। ਇੱਕ ਸੋਚੀ ਸਮਝੀ ਟੈਕਟਿਸ ਹੈ, ਡਿਲੇਇੰਗ ਟੈਕਟਿਸ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਇਸ ਯੂਨੀਵਰਸਿਟੀ ਨੂੰ ਹਥਿਆਇਆ ਜਾਵੇ। ਆਈ ਕਾਂਟ ਅੰਡਰਸਟੈਂਡ ਕਿ ਇਹ ਗੁਲਦਸਤਾ ਹੈ, ਤਰ੍ਹਾਂ ਦੇ ਲੋਕ ਨੇ, ਇੱਕ ਰੰਗ 'ਚ ਰੰਗੂਗੇ ਨਹੀਂ ਚੰਗਾ ਲੱਗਣਾ, ਭਲਾ ਕੋਈ ਵੀ ਰੰਗ ਹੋਵੇ। ਚੰਗੇ ਕੰਮ ਕਰੋ ਸਾਰੇ ਮਗਰ ਲੱਗਾਂਗੇ, ਮਾੜੇ ਕੰਮ ਕਰੋਗੇ ਤਾਂ ਐਂ ਵਿਰੋਧ ਸਹੋਗੇ, ਚਾਹੇ ਉਹ ਦਿੱਲੀ ਦੇ ਬਾਰਡਰਾਂ ਤੇ ਹੋਵੇ, ਚਾਹੇ ਯੂਨੀਵਰਸਿਟੀ 'ਚ ਹੋਵੇ, ਚਾਹੇ ਕਿਸੇ ਪਿੰਡ 'ਚ ਹੋਵੇ। ਸਾਡੇ ਨਾਲ ਹੋਰ ਵੀ ਬਾਈ ਮੌਜੂਦ ਨੇ। ਬਾਈ ਜੀ ਜੇ ਗੱਲ ਕਰੀਏ ਤਾਂ ਜਿਵੇਂ ਹੁਣ ਬਾਈ ਨੇ ਕਿਹਾ ਕਿ ਇਹ ਇੱਕ ਗੁਲਦਸਤਾ ਹੈਗਾ, ਇੱਥੇ ਵੱਖੋ-ਵੱਖ ਰੰਗ ਆਉਂਦੇ ਨੇ, ਪਰ ਯੂਨੀਵਰਸਿਟੀ ਨੂੰ ਕਿਉਂ ਟਾਰਗੇਟ ਕਰਿਆ ਜਾ ਰਿਹਾ ਹੈਗਾ? 3 ਵਾਰ ਡੇਟ ਦੇਤੀ, ਦੁਬਾਰਾ ਫੇਰ ਹੁਣ ਡੇਟ ਕੈਂਸਲ ਕਰਤੀ, ਕਹਿੰਦੇ ਫੇਰ ਦੇਵਾਂਗੇ ਡੇਟ। ਕਿਉਂ ਟਾਰਗੇਟ ਕਰਿਆ ਜਾ ਰਿਹਾ ਯੂਨੀਵਰਸਿਟੀ ਨੂੰ? ਦੇਖੋ ਜੀ, ਪਹਿਲੀ ਗੱਲ ਤੇ ਜਿਹੜੀਆਂ ਕੁਝ ਤਾਕਤਾਂ ਇਸ ਢਾਂਚੇ ਨੂੰ ਖਤਮ ਕਰਨ ਦੀ ਗੱਲ ਕਰ ਰਹੀਆਂ ਨੇ, ਉਹਨਾਂ ਨੇ ਵੀ ਤਾਕਤ ਜਿਹੜੀ ਹਾਸਲ ਕੀਤੀ ਹੈ ਡੈਮੋਕ੍ਰੈਟਿਕ ਪ੍ਰੋਸੈਸ ਦੇ ਥਰੂ ਹੀ ਕੀਤੀ ਹੈ। ਜਿਹੜੇ ਵੀ ਉੱਪਰ ਬੈਠੇ ਨੇ, ਚਾਹੇ ਸਾਡੇ ਚਾਂਸਲਰ ਨੇ, ਚਾਹੇ ਹੋਰ ਕੰਸਰਨਡ ਮਿਨਿਸਟਰੀਜ਼ ਨੇ, ਜਾਂ ਹੋਰ ਵੀ ਜਿਹੜੇ ਨੇ, ਜਿਹੜੇ
ਤਾਕਤ ਦਾ ਸੰਚਾਲਨ ਕਰ ਰਹੇ ਨੇ ਉਹਨਾਂ ਨੂੰ ਵੀ ਤਾਕਤ ਜਮਹੂਰੀਅਤ ਦੇ ਰਾਹੀਂ ਹੀ ਮਿਲੀ ਹੈ। ਔਰ ਬੜੀ ਹੈਰਾਨੀ ਦੀ ਗੱਲ ਹੈ, ਉਹਨਾਂ ਦਾ ਵਿਸ਼ਵਾਸ ਹੀ ਜਮਹੂਰੀਅਤ ਤੋਂ ਉੱਠ ਰਿਹਾ ਹੈ ਐਜ਼ ਫਾਰ ਐਜ਼ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਇਜ਼ ਕੰਸਰਨ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਹੈ ਇਹਦੇ ਵਿੱਚ ਵੱਖ-ਵੱਖ ਏਰੀਆ ਚੋਂ ਜਿਹੜੇ ਡੈਮੋਕ੍ਰੈਟਿਕਲੀ ਜਿਹੜੇ ਬੰਦੇ ਚੁਣੇ ਹੋਏ ਆਉਂਦੇ ਨੇ, ਚਾਹੇ ਉਹ ਕਾਲਜਸ ਦੇ ਟੀਚਰਸ ਨੇ, ਚਾਹੇ ਕਾਲਜਸ ਦੇ ਪ੍ਰਿੰਸੀਪਲਸ ਨੇ, ਚਾਹੇ ਉਹ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਚਾਹੇ ਫੈਕਲਟੀਜ਼ ਚੋਂ ਆਉਂਦੇ ਨੇ, ਚਾਹੇ ਆਪਣਾ ਗ੍ਰੈਜੂਏਟ ਜਿਹੜਾ ਹੈ ਕਿ ਅਲੂਮਨਾਈ ਜਿਹੜਾ ਹੈਗਾ ਸਟੂਡੈਂਟ, ਜਿੰਨਾ ਵੀ ਅਲੂਮਨਾਈ ਹੈ ਬੇਸ ਪੰਜਾਬ ਯੂਨੀਵਰਸਿਟੀ ਦਾ, ਉਹ ਕਨੈਕਟ ਰਹਿੰਦਾ ਹੈ ਇਸ ਇਲੈਕਸ਼ਨ ਪ੍ਰੋਸੈਸ ਦੇ ਜ਼ਰੀਏ ਨਾਲ ਵੀ ਔਰ ਅਦਰਵਾਈਜ਼ ਵੀ। ਅਤੇ ਉਹ ਇੱਕ ਬੜਾ ਅਹਿਮ ਤਰੀਕਾ ਹੈ ਕਿ ਜਿਹਦੇ ਵਿੱਚ ਕਿ ਪੰਜਾਬ ਯੂਨੀਵਰਸਿਟੀ ਦਾ ਜਿੰਨੇ ਵੀ ਅਲੂਮਨਾਈ ਨੇ ਉਹ ਆਪਣੀ ਵੋਟ ਬਣਾ ਸਕਦੇ ਨੇ, ਜਿਨ੍ਹਾਂ ਦੀ ਡਿਗਰੀ ਗ੍ਰੈਜੂਏਟ ਜਾਂ ਉਸ ਤੋਂ ਹਾਇਰ ਸਾਈਡ 'ਤੇ ਹੈਗੀ ਹੈ, ਔਰ ਉਹ ਆਪਣੀ ਵੋਟ ਬਣਾ ਕੇ ਆਪਣਾ ਨੁਮਾਇੰਦਾ ਅੱਜ ਵੀ, ਚਾਹੇ ਕਿਸੇ ਨੇ 50 ਸਾਲ ਪੁਰਾਣੀ ਡਿਗਰੀ ਕੀਤੀ ਹੈ, ਚਾਹੇ 5 ਸਾਲ ਪੁਰਾਣੀ ਕੀਤੀ ਹੈ, ਅੱਜ ਵੀ ਉਹਨਾਂ ਦਾ ਨੁਮਾਇੰਦਾ ਜਿਹੜਾ ਹੈ ਉਹਨਾਂ ਦੀ ਆਵਾਜ਼ ਬਣ ਕੇ ਸੈਨੇਟ 'ਚ ਉਹਨਾਂ ਦੇ ਹੱਕਾਂ ਦੀ ਗੱਲ ਕਰ ਸਕਦਾ ਹੈ, ਉਹਨਾਂ ਦੀ ਆਵਾਜ਼ ਬੁਲੰਦ ਕਰ ਸਕਦਾ ਹੈ। ਸੋ ਇੰਨਾ ਅੱਛਾ ਸਿਸਟਮ ਹੈ। ਇਸ ਸਿਸਟਮ ਨੂੰ ਤਾਂ ਮੇਰੇ ਖਿਆਲ 'ਚ ਹਰ ਜਿਹੜਾ ਪੁਰਾਣਾ ਅੱਛਾ ਵਿਦਿਅਕ ਅਦਾਰਾ ਹੈ, ਜਿਹੜਾ ਲੋਕਾਂ ਦੀ ਸੰਸਥਾ ਹੈ, ਜਿਹੜਾ ਪਬਲਿਕ ਇੰਸਟੀਚਿਊਟ ਹੈ, ਉਹਦੇ 'ਚ ਹੋਣੀ ਚਾਹੀਦੀ ਹੈ। ਔਰ ਉਸ ਪ੍ਰਕਿਰਿਆ ਦੇ ਨਾਲ ਹੀ ਜਿਹੜੀ ਉੱਥੋਂ ਦੀ ਗਵਰਨਿੰਗ ਬਾਡੀ ਹੈ ਉਹ ਚੁਣੀ ਜਾਣੀ ਚਾਹੀਦੀ ਹੈ। ਅਤੇ ਜਿੱਥੋਂ ਤੱਕ ਚਾਂਸਲਰ ਸਾਹਿਬ ਦੇ ਦਖਲ ਦੀ ਗੱਲ ਹੈ, ਚਾਂਸਲਰ ਸਾਹਿਬ 36 ਬੰਦੇ ਨੋਮੀਨੇਟ ਕਰਦੇ ਨੇ, 91 ਚੋਂ 36, 1/3 ਤੋਂ ਵੱਧ ਦਾ ਜਿਹੜਾ ਹੈਗਾ ਉਹ ਰੇਸ਼ੋ ਬਣ ਜਾਂਦੀ ਹੈ। ਸੋ ਮੇਰਾ ਖਿਆਲ ਹੈ ਉਹਨਾਂ ਦੀ ਵੀ ਵਾਜਬ ਸੇ ਵਿੱਚ ਹੈ, ਉਹਨਾਂ ਦਾ ਵੀ ਵਿਊ ਪੁਆਇੰਟ ਜਿਹੜਾ ਬੜਾ ਸਟਰੋਂਗਲੀ ਪੁੱਟ ਫੋਰਥ ਹੋ ਸਕਦਾ ਹੈ ਜਿਹੜੇ ਵੀ ਉਹ 36 ਬੰਦਿਆਂ ਨੂੰ ਨੋਮੀਨੇਟ ਕਰਨਗੇ। ਬਾਕੀ ਕੁਛ ਇੱਕ ਜਿਹੜੇ ਐਕਸ ਅਫੀਸ਼ੀਓ ਨੇ ਉਹਦੇ ਵਿੱਚ ਆਨਰੇਬਲ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੀਫ ਮਿਨਿਸਟਰ ਪੰਜਾਬ, ਐਜੂਕੇਸ਼ਨ ਮਿਨਿਸਟਰ ਪੰਜਾਬ, ਡੀਪੀਏ ਕਾਲਜਸ UT ਐਂਡ ਡੀਪੀਏ ਕਾਲਜਸ ਪੰਜਾਬ, ਐਜੂਕੇਸ਼ਨ ਸੈਕਟਰੀ, ਇਹ ਸਾਰੀਆਂ ਉਹ ਪੋਸਟਾਂ ਦੇ ਜਿਹੜੇ ਅਹੁਦੇਦਾਰ ਨੇ ਉਹ ਬਾਏ ਕਪੈਸਿਟੀ ਐਕਸ ਅਫੀਸ਼ੀਓ ਉਹ ਪਾਰਟਿਸਿਪੇਟ ਕਰਦੇ ਨੇ। ਸੋ ਇਹਨਾਂ ਵਿਲੱਖਣ ਔਰ ਇੰਨਾ ਵਧੀਆ ਇਹ ਜਿਹੜਾ ਹੈਗਾ ਗਵਰਨਿੰਗ ਢਾਂਚਾ ਹੈਗਾ, ਇਹਨੂੰ ਇਸ ਗੱਲ ਦੇ ਤਹਿਤ ਕਿ ਜਿਹੜਾ ਨਿਊ ਐਜੂਕੇਸ਼ਨ ਪਾਲਿਸੀ 2020 ਦੀ ਹੈ ਉਹਦੇ ਤਹਿਤ ਕੋਈ ਗਵਰਨੈਂਸ ਰਿਫਾਰਮਸ ਦੀ ਵੀ ਗੱਲ ਹੋ ਰਹੀ ਹੈ ਜਿਹੜਾ ਕਿ ਜੇ ਭਵਿੱਖ 'ਚ ਲਾਗੂ ਹੋਣਾ, ਅਤੇ ਉਹਨੂੰ ਤੁਸੀਂ ਅੱਜ ਹੀ ਡਿਸਟਰਬ ਕਰਨ 'ਤੇ ਤੁਲੇ ਹੋਏ ਹੋ, ਇਹ ਬੜੀ ਗਲਤ ਗੱਲ ਹੈ। ਇਹ ਪੰਜਾਬ ਯੂਨੀਵਰਸਿਟੀ ਜਿਹੜਾ ਐਕਟ ਹੈਗਾ 1947 ਦਾ, ਉਹਦੇ ਤਹਿਤ ਇਹ ਨਵਾਂ, ਕਿਉਂਕਿ ਇਹ ਈਸਟ ਪੰਜਾਬ ਐਕਟ ਆਇਆ ਸੀਗਾ, ਜਿਹੜਾ PU ਦਾ ਐਕਟ ਆਇਆ ਸੀਗਾ ਪਹਿਲਾਂ 1882 'ਚ, ਤਾਂ ਯੂਨੀਵਰਸਿਟੀ ਆਫ ਪੰਜਾਬ ਲਾਹੌਰ 'ਚ ਰਹਿ ਗਈ, ਅਤੇ ਫਿਰ ਵਿਦ ਦੀ ਐਕਟ ਆਫ ਸਟੇਟ ਜਾਂ ਵਿਦ ਦੀ ਐਕਟ ਆਫ ਸੈਂਟਰ ਕੋਈ ਵੀ ਯੂਨੀਵਰਸਿਟੀ ਜਿਹੜੀ ਆ ਉਹ ਹੋਂਦ 'ਚ ਆਉਂਦੀ ਹੈ, ਕੌਨਸਟੀਟਿਊਸ਼ਨ ਦੀ ਪ੍ਰਾਵਧਾਨ ਹੈ। ਅਤੇ ਜਿਹੜਾ ਆਪਣਾ ਇਹ ਐਕਟ ਆ ਪਾਰਲੀਮੈਂਟ ਦੇ ਐਕਟ, ਸੈਂਟਰਲ ਐਕਟ ਦੇ ਅੰਡਰ ਇਹ ਆਪਣੀ ਯੂਨੀਵਰਸਿਟੀ ਬਣੀ ਹੈ, ਇਹਦੇ 'ਚ ਕੋਈ ਵੀ ਮੁੱਢਲੀ ਚੇਂਜ ਕਰਨੀ ਹੈ ਤਾਂ ਉਹਦੇ ਵਾਸਤੇ ਕੰਪੀਟੈਂਟ ਜਾਂ ਤਾਂ ਪਾਰਲੀਮੈਂਟ ਆਫ ਇੰਡੀਆ ਹੈ ਜਾਂ ਸੈਨੇਟ ਖੁਦ ਹੀ ਇੱਕ ਰਿਫਾਰਮਸ ਦੀ ਗੱਲ ਕਰੇ, ਆਪਣਾ ਇੱਕ ਰੈਜ਼ੋਲੂਸ਼ਨ ਬਣਾ ਕੇ ਪਾਰਲੀਮੈਂਟ 'ਚ ਭੇਜੇ ਔਰ ਉਹ ਸਰਕਾਰ ਜਿਹੜੀ ਹੈ ਉੱਥੇ ਮੌਕੇ ਦੀ ਉਸ ਨੂੰ ਅਮੈਂਡ ਕਰੇ। ਇਹ ਪ੍ਰੋਸੈਸ ਹੈ। ਉਸ ਪ੍ਰੋਸੈਸ ਨੂੰ ਬਿਨਾਂ ਫੋਲੋ ਕੀਤੇ ਹੀ ਜਿਹੜੀਆਂ ਨਵੀਆਂ ਸਿਫਾਰਸ਼ਾਂ ਲਗਾਈਆਂ ਜਾ ਰਹੀਆਂ ਨੇ, ਜਾਂ ਜਿਹੜੀ ਉਹ 11 ਮੈਂਬਰੀ ਕਮੇਟੀ ਬਣਾ ਕੇ 270 ਪੇਜ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ, ਉਹਦਾ ਪਰਪਸ ਹੀ ਮੈਨੂੰ ਸਮਝ ਨਹੀਂ ਆਇਆ ਕਿ ਉਹ ਤੁਸੀਂ ਬਿਨਾਂ ਸੈਨੇਟ ਸਿੰਡੀਕੇਟ ਦੀ ਡਿਬੇਟ ਔਰ ਡਿਸਕਸ਼ਨ ਤੋਂ ਬਿਨਾਂ, ਜਿਸ 'ਚ ਕਿ ਓਪੀਨੀਅਨ ਔਰ ਅਗੇਂਸਟ ਓਪੀਨੀਅਨ ਫॉर ਓਪੀਨੀਅਨ ਜਿਹੜੇ ਇੱਥੇ ਆਉਣਾ ਹੈ, ਜਿਹੜੇ ਡਿਬੇਟ ਦਾ ਹਿੱਸਾ ਬਣਨਾ ਹੈ, ਉਸ 'ਚ ਲਿਆਦੇ ਬਿਨਾਂ ਹੀ ਜਿਹੜੇ ਸਟੇਕ ਹੋਲਡਰਸ, ਹੁਣ ਮੈਂ ਜਦੋਂ ਸੈਨੇਟ ਸਿੰਡੀਕੇਟ ਦਾ ਨਾਮ ਲੈਣਾ, ਸੈਨੇਟ ਮੀਨਸ ਜਿੱਥੇ ਟੀਚਰਸ ਦਾ ਨੁਮਾਇੰਦਾ ਬੈਠਾ ਹੈ, ਨੌਨ ਟੀਚਰਸ ਦਾ ਨੁਮਾਇੰਦਾ ਬੈਠਾ ਹੈ। ਹਾਂ, ਸਟੂਡੈਂਟਸ ਦੇ ਨੁਮਾਇੰਦਗੀ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ, ਮੈਂ ਸ਼ੁਰੂ ਤੋਂ ਉਸ ਚੀਜ਼ ਦੇ ਹੱਕ 'ਚ ਹਾਂ, ਲੇਕਿਨ ਉਹ ਅਜੇ ਸਾਨੂੰ ਨਹੀਂ ਮਿਲੀ। ਲੇਕਿਨ ਸਾਬਕਾ ਸਟੂਡੈਂਟਸ ਦੇ ਨੁਮਾਇੰਦੇ ਬੈਠੇ ਨੇ, ਕਾਲਜਸ ਦੇ ਨੁਮਾਇੰਦੇ ਬੈਠੇ ਨੇ, ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਨੁਮਾਇੰਦੇ ਨੇ, ਨੋਮੀਨੇਟਡ ਹੈ। ਇੱਕ ਕਮਾਲ ਦੀ ਬਾਡੀ ਹੈ। ਉਸ ਬਾਡੀ ਦੇ ਵਿੱਚੋਂ ਤੁਸੀਂ ਉਸ ਚੀਜ਼ ਨੂੰ ਡਿਸਕਸ ਕੀਤੇ ਬਿਨਾਂ ਹੀ ਕਿਵੇਂ ਉਹਨੂੰ ਇੰਪਲੀਮੈਂਟ ਕਰਨ ਦੀ ਗੱਲ ਕਰ ਸਕਦੇ ਹੋ। ਸੋ ਜਿਹੜੀ ਉਹ 11 ਮੈਂਬਰੀ ਕੋਈ ਰਿਪੋਰਟ, 11 ਮੈਂਬਰੀ ਕਮੇਟੀ ਦੀ ਕੋਈ ਰਿਪੋਰਟ ਵੀ ਜਿਹੜੀ ਬਣਾ ਕੇ ਚਾਂਸਲਰ ਨੂੰ ਭੇਜੀ ਗਈ ਹੈ, ਮੈਂ ਉਸ ਚੀਜ਼ ਦਾ ਵੀ ਵਿਰੋਧ ਕਰਦਾ ਔਰ ਇਹ ਗੁਜ਼ਾਰਿਸ਼ ਕਰਦਾ ਚਾਂਸਲਰ ਸਾਹਿਬ ਨੂੰ ਕਿ ਉਹ ਵਾਪਸ ਭੇਜੋ ਸੈਨੇਟ ਦੇ ਵਿੱਚ। ਜਿਹੜੀ ਹੁਣ ਨਵੀਂ ਸੈਨੇਟ ਕੌਂਸਟੀਟਿਊਟ ਹੋਣ ਜਾ ਰਹੀ ਹੈ, ਜਿਹਦਾ ਪ੍ਰੋਸੈਸ 3 ਅਗਸਤ ਤੋਂ 23 ਅਗਸਤ ਤੱਕ ਚੱਲ ਰਿਹਾ, ਉਹ ਜਦੋਂ ਨਵੀਂ ਸੈਨੇਟ ਕੌਂਸਟੀਟਿਊਟ ਹੋ ਜਾਏਗੀ, ਜਿਹਦੇ 'ਚ ਕਿ ਸਾਡਾ ਗ੍ਰੈਜੂਏਟ ਵਾਲੇ ਵੀ ਬੰਦੇ ਚੁਣ ਕੇ ਆ ਜਾਣਗੇ, ਇਹ ਸਾਰੇ ਉਸ ਚੀਜ਼ ਦੀ ਸਮੀਖਿਆ ਕਰਨਗੇ, ਉਹਦੀ ਪੜਚੋਲ ਕਰਨਗੇ, ਉਸ 'ਤੇ ਆਪਣਾ ਜਿਹੜਾ ਹੈਗਾ ਓਪੀਨੀਅਨ ਫॉर ਔਰ ਅਗੇਂਸਟ ਦੇਣਗੇ, ਔਰ ਉਸ ਤੋਂ ਬਾਅਦ ਜਿਹੜਾ ਮਤਾ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੇਜੇਗੀ, ਚਾਂਸਲਰ ਸਾਹਿਬ ਉਹਨਾਂ ਸਿਫਾਰਸ਼ਾਂ ਨੂੰ ਲਾਗੂ ਕਰਨ। ਬਈ ਜਿਵੇਂ ਬਾਈ ਹੋਰਾਂ ਨੇ ਕਿਹਾ ਗਾ ਕਿ ਸਿਫਾਰਸ਼ਾਂ ਨੂੰ ਲਾਗੂ ਕਰਨ, ਕਿਤੇ ਇਹ ਨਹੀਂ ਲੱਗਦਾ ਹੈਗਾ ਜਿਵੇਂ ਇੱਕ ਧੇਰੀ ਕਬਜ਼ਾ ਕਰਨ ਨੂੰ ਬੈਠੀ ਹੁੰਦੀ ਹੈਗੀ ਸਾਰੀ ਚੀਜ਼ ਦੇ ਉੱਪਰ, ਕਾਲਜਾਂ ਦੇ ਉੱਪਰ, ਯੂਨੀਵਰਸਿਟੀਆਂ ਦੇ ਉੱਪਰ, ਜਾਂ ਕਿਤੇ ਹੋਰ ਖਿੱਤੇ ਦੇ ਉੱਪਰ, ਇਹ ਤਾਂ ਨਹੀਂ ਲੱਗਦਾ ਹੈਗਾ ਕਿਤੇ?
ਕਬਜ਼ਾ ਹੀ ਕਰ ਰਹੇ ਆ ਉਹਨਾਂ ਨੂੰ ਡੈਮੋਕ੍ਰੈਟਿਕ ਆ ਜਿਹੜੀ ਬਹੁਤ ਸੋਹਣੀ ਗੱਲ ਕਹੀ ਰੰਧਾਵਾ ਜੀ ਨੇ ਕਿ ਜਿਹੜੇ ਲੋਕ ਡੈਮੋਕ੍ਰੇਸੀ ਨਾਲ ਚੁਣੇ ਗਏ ਆ ਉਹ ਖੁਦ ਹੀ ਡੈਮੋਕ੍ਰੇਸੀ ਦਾ ਵਿਰੋਧ ਕਰ ਰਹੇ ਨੇ। ਇਹ ਬੜੀ ਵਧੀਆ ਗੱਲ ਹੈ ਹਨਾ। ਇਹ ਜਿਹੜੀ ਚੀਜ਼ ਹੋ ਰਹੀ ਹੈ ਨਾ, ਇਹ ਕਬਜ਼ਾ ਜੋ ਕਰ ਰਹੇ ਨੇ, ਇਸ ਕਬਜ਼ੇ ਤੋਂ ਰੁਕਣ ਲਈ ਜਾਂ ਬਚਣ ਲਈ ਆ ਸਾਰਾ ਕੁਝ ਹੋ ਰਿਹਾ ਹੈ। ਅੱਜ ਸਾਰੇ ਜਦੋਂ ਇੱਥੇ ਬੈਠੇ ਹੋਏ ਆ ਨਾ, ਇਸ ਕਬਜ਼ੇ ਤੋਂ ਬਚਣ ਲਈ ਬੈਠੇ ਆ ਕਿ ਇਹ ਕਬਜ਼ਾ ਨਹੀਂ ਕਰਨ ਦੇਣਾ। ਔਰ ਪੰਜਾਬ ਹਮੇਸ਼ਾ ਹੀ ਖੜਾ ਹੁੰਦਾ ਰਿਹਾ ਕਬਜ਼ਿਆਂ ਦੇ ਖਿਲਾਫ, ਉਹ ਚਾਹੇ ਅਬਦਾਲੀ ਦਾ ਕਬਜ਼ਾ ਹੋਵੇ, ਚਾਹੇ ਉਹ ਅੰਗਰੇਜ਼ਾਂ ਦਾ ਹੋਵੇ, ਚਾਹੇ ਉਹ ਹੁਣ ਵਾਲਿਆਂ ਦਾ ਹੋਵੇ, ਚਾਹੇ 75 ਚ ਸੀ ਕਿਸੇ ਦਾ। ਉਹ ਕਬਜ਼ੇ ਨਹੀਂ ਹੋਣ ਦੇਣੇ। ਉਹ ਕਬਜ਼ਾ ਨਾ ਹੋਊਗਾ, ਨਾ ਉੱਥੇ ਹੋਣ ਦਿੱਤਾ ਹੈ, ਨਾ ਕਿਸਾਨੀ ਦਾ। ਹੁਣ ਤੁਸੀਂ ਦੱਸੋ, ਇਹ ਡਾਕੇ ਨਹੀਂ ਸੀਗੇ ਕਿ ਅਧਿਕਾਰ ਸੀਗਾ ਸਟੇਟ ਦਾ, ਚਾਹ ਕੇ ਸੈਂਟਰ ਕਾਨੂੰਨ ਬਣਾਉਣ ਲੱਗ ਗਿਆ ਖੇਤੀਬਾੜੀ ਦੇ? ਇਹ ਵੀ ਤਾਂ ਡਾਕਾ ਹੀ ਸੀ। ਆਹ ਜਿਹੜਾ ਕੰਮ ਇਹਨਾਂ ਦਾ ਸੈਨੇਟ ਮੈਂਬਰਾਂ ਦਾ ਹੈ, ਸੈਨੇਟ ਨੇ ਚਲਾਉਣੀ ਹੈ ਯੂਨੀਵਰਸਿਟੀ, ਉਹਨਾਂ ਦੇ ਨਹੀਂ ਜੀ ਇਹ ਸਾਡਾ ਰਿਪਰੈਜ਼ੈਂਟੇਟਿਵ ਜਾਂ ਸਾਡੇ ਨੋਮੀਨੇਟਡ ਬੰਦੇ ਚਲਾਉਣਗੇ, ਇਹ ਵੀ ਡਾਕਾ ਹੈ। ਤੇ ਜੇ ਜਿਉਂਦੀਆਂ ਕੌਮਾਂ, ਜਿਉਂਦੇ ਲੋਕ ਨਾ ਡਾਕੇ ਵੱਜਣ ਦਿੰਦੇ ਹੈ, ਨਾ ਵੱਜਣ ਦਿੱਤੇ ਸੀ ਤੇ ਨਾ ਵੱਜਣ ਦੇਵਾਂਗੇ। ਰਿਐਕਟ ਕਰਨਾ ਚਾਹੀਦਾ। ਅੱਜ ਲੋਕ ਇਕੱਠੇ ਹੋਏ ਨੇ। ਤੁਸੀਂ ਕਹੋਗੇ ਅਸੀਂ ਕਿਵੇਂ ਬਹਿ ਗਏ ਆ ਕੇ ਸਾਰੇ ਐਕਸ ਹੋ ਗਏ? ਅਸੀਂ ਤਾਂ ਅਸੀਂ ਇਸ ਲਈ ਬਹਿ ਗਏ ਕਿ ਇਸ ਦੇਸ਼ ਦੇ ਵਿੱਚ ਕੋਈ ਵੀ ਮਸਲਾ ਹੋਵੇ ਉਹਨੂੰ ਆਪ ਦਾ ਸਮਝੋ, ਫੇਰ ਹੀ ਇਹ ਦੇਸ਼ ਪ੍ਰਦੇਸ਼ ਸਭ ਕੁਝ ਬੈਟਰ ਹੋਊਗਾ। ਜੇ ਇਹ ਮਸਲਾ ਨਹੀਂ ਜੀ ਇਹ ਕਲਾਕਾਰਾਂ ਦਾ ਹੈ, ਇਹ ਪੋਲੀਟੀਸ਼ੀਅਨਾਂ ਦਾ ਹੈ, ਇਹ ਸਟੂਡੈਂਟਾਂ ਦਾ ਹੈ, ਇਹ ਕਿਸਾਨਾਂ ਦਾ ਹੈ, ਐਂ ਨਹੀਂ ਕੰਮ ਚੱਲਣਾ। ਐਂ ਚੱਲਣਾ ਜਿਵੇਂ ਹੁਣ ਚੱਲ ਰਿਹਾ, ਸਾਰੇ ਇਕੱਠੇ ਆ। ਜੋ ਵੀ ਮਸਲਾ ਹੋਊਗਾ ਪੰਜਾਬ ਨਾਲ ਰਿਲੇਟਡ ਜਾਂ ਪੰਜਾਬੀ ਨਾਲ ਰਿਲੇਟਡ ਜਾਂ ਇੱਥੋਂ ਦੇ ਲੋਕਾਂ ਨਾਲ ਰਿਲੇਟਡ, ਉਹਦੇ ਲਈ ਸਾਰੇ ਆਵਾਜ਼ ਉਠਾਵਾਂਗੇ। ਔਰ ਇਹ ਇੱਕ ਹੈਲਦੀ ਡੈਮੋਕ੍ਰੈਟਿਕ ਕੰਟਰੀ ਦੀ ਨਿਸ਼ਾਨੀ ਹੁੰਦੀ ਹੈ, ਸੁਸਾਇਟੀ ਦੀ ਨਿਸ਼ਾਨੀ ਹੁੰਦੀ ਹੈ। ਅੱਜ ਅਸੀਂ ਉਸ ਸੁਸਾਇਟੀ ਦੇ ਵਿੱਚ ਐਂਟਰ ਕਰ ਰਹੇ ਹਾਂ ਔਰ ਇਹਦੇ ਨਾਲ ਹੀ ਬੈਟਰ ਔਰ ਤਰੱਕੀ ਹੁੰਦੀ ਹੈ। ਬਈ ਗੋਲਡੀ, ਤੁਹਾਨੂੰ ਕੀ ਲੱਗਦਾਗਾ ਜਿਵੇਂ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਜਾਂਦੀਆਂ ਨੇ, ਪਰ ਅੱਜ ਤੁਸੀਂ ਪਾਰਟੀ ਨੂੰ ਇੱਕ ਸਾਈਡ ਤੇ ਰੱਖ ਕੇ ਸਟੂਡੈਂਟਾਂ ਦੀ ਹਮਾਇਤ 'ਚ ਬੈਠੇ ਹੋ ਹਨਾ? ਇੱਕ ਆਪਣੀ ਉਸ ਜਿੱਥੋਂ ਤੁਸੀਂ ਜੰਮੇ ਪਲੇ, ਜਿੱਥੋਂ ਤੁਸੀਂ ਸਿੱਖਿਆ ਸਾਰਾ ਕੁਝ, ਇੱਕ ਆਪਣੀ ਮਾਂ ਨੂੰ ਬਚਾਉਣ ਦੀ ਖਾਤਰ ਬੈਠੇ ਹੋ ਪੰਜਾਬ ਯੂਨੀਵਰਸਿਟੀ ਨੂੰ। ਕੀ ਲੱਗਦਾਗਾ? ਹਾਂ ਬਿਲਕੁਲ। ਦੇਖੋ, ਜੇ ਇੱਥੋਂ ਨਾ ਐਜੂਕੇਸ਼ਨ ਹੁੰਦੀ ਤੇ ਨਾ ਡੀਪੀ ਭਾਜੀ ਹੋਰਾਂ ਨਾਲ ਕੰਮ ਕਰਿਆ ਹੁੰਦਾ, ਇੱਥੇ ਨਾ ਸੋਪੂ ਜੁਆਇਨ ਕਰੀ ਹੁੰਦੀ, ਨਾ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਬਣਦਾ, ਤੇ ਨਾ ਹੀ ਇਹ ਜਿਹੜੇ ਬੇਸਿਕ ਚੀਜ਼ਾਂ ਦਾ ਤੁਸੀਂ ਇੱਥੋਂ ਹੀ ਸਿੱਖਦੇ ਹੋ ਨਾ। ਅੱਜ ਅਸੀਂ ਤਿੰਨੇ ਜਣੇ ਇਕੱਠੇ ਬੈਠੇ ਹਾਂ। ਬਾਈ ਜੀ ਫਿਲਮ ਇੰਡਸਟਰੀ ਨਾਲ ਸੰਬੰਧਿਤ ਨੇ, ਡੀਪੀ ਬਾਈ ਜੀ ਸੈਨੇਟਰ ਨੇ, ਯੂਨੀਵਰਸਿਟੀ ਦੇ ਐਕਸ ਸਟੂਡੈਂਟ ਕਾਉਂਸਲ ਪ੍ਰੈਜ਼ੀਡੈਂਟ ਰਹੇ ਨੇ, ਮੈਂ ਵੀ ਇੱਥੋਂ ਹੀ ਰਿਹਾ। ਇਹ ਜਿਹੜਾ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਆ, ਇਹ ਮੁੰਡਿਆਂ ਦੀ ਮਦਦ ਕਰਨ ਦਾ ਮਕਸਦ ਆ, ਉਹ ਸਿਰਫ ਇਹੀ ਆ ਜੋ ਬਾਈ ਜੀ ਨੇ, ਅਮਿਤੋਜ ਜੀ ਨੇ ਦੱਸਿਆ ਕਿ ਸਾਨੂੰ ਹੁਣ ਹਰ ਇੱਕ ਚੀਜ਼ ਵੱਖਰੋ ਵੱਖਰੀ, ਜਿਵੇਂ ਸਾਨੂੰ ਧਰਮਾਂ 'ਚ ਵੰਡਤਾ ਨਾ ਵੀ ਤੁਹਾਡੀ ਜਾਤ ਇਹ ਹੈ ਜੀ, ਆਪਾਂ ਬੱਚਾ ਜਨਮ ਦਾ ਬਾਅਦ 'ਚ ਆ, ਉਹਨੂੰ ਕੀ ਪਤਾ ਹੁੰਦਾ ਮੇਰੀ ਕੀ ਕਾਸਟ ਆ? ਉਹ ਤਾਂ ਜਦੋਂ ਪੈਦਾ ਹੁੰਦਾ ਉਹਨੂੰ ਦੱਸ ਦਿੰਦੇ ਹੋ ਭਾਈ ਤੂੰ ਜੱਟ ਆ, ਤੂੰ ਸ਼ਰਮਾ, ਤੂੰ, ਉਹਨੂੰ ਸਿਖਾਇਆ ਜਾਂਦਾ। ਇਸੇ ਤਰੀਕੇ ਨਾਲ ਇਹ ਜਿਹੜੇ ਬੰਦੇ ਨੇ ਇਹ ਆਪਦੀ ਹੇਠਲਿਆਂ ਨੂੰ ਸਿਖਾ ਰਹੇ ਨੇ ਵੀ ਕਿਸ ਤਰ੍ਹਾਂ ਕਬਜ਼ੇ ਕਰ ਰਹੇ ਨੇ, ਕਿਹੜੀਆਂ ਚੀਜ਼ਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਕਿਵੇਂ ਕਬਜ਼ਾ ਹੋ ਸਕਦਾ, ਫਸਲ ਦੇ ਉੱਤੇ ਕਾਰਪੋਰੇਟ ਘਰਾਣਿਆਂ ਤੋਂ, ਯੂਨੀਵਰਸਿਟੀ ਦੇ ਵਿੱਚ ਆਪਾਂ ਕਿਵੇਂ ਨੋਮੀਨੇਟ ਕਰ ਸਕਦੇ ਹਾਂ ਬੰਦੇ, ਇਹੋ ਜਿਹੇ ਪੜ੍ਹੇ ਲਿਖੇ ਬੰਦੇ, ਇੰਟੈਲੈਕਚੁਅਲ ਬੰਦਿਆਂ ਨੂੰ ਪਰਾਂ ਕਰਕੇ। ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜੀ ਦਿਸ਼ਾ ਇਹ ਤਾਂ ਹੀ ਚੇਂਜ ਕਰ ਸਕਦੇ ਹਾਂ ਜਦੋਂ ਆਪਾਂ ਨੂੰ ਹਰ ਇੱਕ ਜਿਹੜਾ ਦੁੱਖ ਆ ਉਹ ਉਦੋਂ ਹੀ ਕਾਮਯਾਬ ਹੋ ਸਕਦਾ ਜਦੋਂ ਹਰ ਇੱਕ ਦਾ ਦੁੱਖ ਆਪਾਂ ਨੂੰ ਆਪਣਾ ਦੁੱਖ ਲੱਗੂਗਾ। ਤੇ ਫਿਰ ਇਹੀ ਇਸ ਕਰਕੇ ਹੀ ਅੱਜ ਅਸੀਂ ਸਾਰੇ ਇਕੱਠੇ ਬੈਠੇ ਹਾਂ। ਤੇ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਤੇ ਕਾਫੀ ਜ਼ਿਆਦਾ ਇਹਦਾ ਉਹਨਾਂ ਨੂੰ ਅਹਿਸਾਸ ਵੀ ਹੋ ਰਿਹਾ, ਕਿਉਂਕਿ ਸਵੇਰ ਦੇ ਲਗਾਤਾਰ ਹੀ ਬੈਠੇ ਹਾਂ। ਤੇ ਅੱਜ ਤਾਂ ਅਸੀਂ ਦਰੀਆਂ ਵੀ ਨਹੀਂ ਲੈ ਕੇ ਗਏ ਤੇ ਭੁੰਜੇ ਹੀ ਸੜਕ ਤੇ ਬੈਠੇ ਤੇ ਸਾਰੇ ਧੁੱਪੇ ਉਵੇਂ ਸਾਰੇ ਜਿੰਨੇ ਬੰਦੇ ਸੀਗੇ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਦੇਖੋ ਸੰਘਰਸ਼ ਨਾ, ਜਦੋਂ ਆਪਣੇ ਤਾਂ ਖੂਨ 'ਚ ਹੀ ਸੰਘਰਸ਼ ਆ ਜੀ ਪੰਜਾਬੀਆਂ ਦੇ, ਤੇ ਹਮੇਸ਼ਾ ਲੜਾਈ ਲਈ ਤਿਆਰ ਰਹਿਣੇ ਆ ਤੇ ਡਟ ਕੇ। ਤੇ ਮੈਨੂੰ ਲੱਗਦਾ ਕਿ ਹੁਣ ਇਹ ਬਾਊਂਡੇਸ਼ਨ ਜਿਹੜੀਆਂ ਬਾਊਂਡਰੀਜ਼ ਨੇ, ਪਹਿਲਾਂ ਪੁਰਾਣੇ ਸਮੇਂ 'ਚ ਹੁੰਦਾ ਸੀਗਾ ਪਾਰਟੀਆਂ ਧੜੇ ਬੰਦੇ, ਹੁਣ ਨਹੀਂ ਇਹ ਚੀਜ਼ਾਂ ਹੈਗੀਆਂ। ਹੁਣ ਬੜਾ ਸਿਸਟਮ ਜਿਹੜਾ ਅੱਗੇ ਆਉਣ ਵਾਲਾ ਉਹ ਬੜਾ ਕੁਝ ਦੇਖਦਾ। ਪਾਰਟੀਆਂ ਕੌਣ ਹੈ? ਪਾਰਟੀਆਂ ਨੂੰ ਬੰਦੇ ਹੀ ਬਣਾਉਂਦੇ ਨੇ। ਜਦੋਂ ਚੰਗੀ ਸੋਚ ਵਾਲੇ ਬੰਦੇ ਇਕੱਠੇ ਹੋ ਜਾਣਗੇ ਤੇ ਉਹ ਆਪਦੀ ਸੋਚ ਨਾਲ ਆਪਣੇ ਏਰੀਏ ਦੀ ਡਿਵੈਲਪਮੈਂਟ ਕਰ ਸਕਦੇ ਨੇ, ਆਪਣੇ ਕੋਈ ਆਪਦੀ ਜੋ ਮੰਗਾਂ ਨੇ, ਚਾਹੇ ਸਟੂਡੈਂਟਸ ਦੀਆਂ ਨੇ, ਚਾਹੇ ਆਪਦੇ ਲੋਕਾਂ ਦੀਆਂ ਨੇ, ਉਹਨਾਂ ਨੂੰ ਤਾਂ ਹੀ ਪੂਰਾ ਕਰ ਸਕਦੇ ਹੋ ਨਾ ਜਦ ਹਰੇਕ ਦੇ ਦੁੱਖ ਦੇ ਵਿੱਚ ਤੁਹਾਨੂੰ ਆਪਦਾ ਦੁੱਖ ਨਜ਼ਰ ਆਊਗਾ। ਜੇ ਮੈਂ ਸੋਚੂੰਗਾ ਵੀ ਮੈਨੂੰ ਕੀ ਲੈਣਾ ਦੇਣਾ ਯਾਰ, ਮੈਂ ਤਾਂ MLA ਬਣਿਆ ਹੋਇਆ, ਮੈਂ ਤਾਂ ਉਰੋਂ ਯੂਨੀਵਰਸਿਟੀੋਂ ਪੜ੍ਹ ਵੀ ਗਿਆ, ਮੈਂ ਤਾਂ ਪ੍ਰਧਾਨ ਵੀ ਬਣ ਗਿਆ, ਹੁਣ ਕਿਹੜਾ ਦੁਬਾਰੇ ਮੈਂ ਇੱਥੇ ਕਿਤੇ ਪ੍ਰਧਾਨ ਖੜਨਾ, ਜਾਂ ਮੈਂ ਕਿਹੜਾ ਸੈਨੇਟ ਦੀ ਇਲੈਕਸ਼ਨ ਲੜਨੀ ਆ। ਗੱਲ ਇਹ ਨਹੀਂ ਹੈਗੀ, ਤੁਸੀਂ ਆਪਦੀ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੇ ਤੇ ਜ਼ਿੰਮੇਵਾਰੀਆਂ ਨੂੰ ਅਦਾ ਕਰਨ ਲਈ ਇੱਥੇ ਬੈਠੇ ਹਾਂ। ਇਹ ਜਿਹੜਾ ਇਲਾਕਾ ਹੈ ਨਾ, ਇਹ ਉਹ ਹੈ ਕਿ ਦੂਜੇ ਦੇ ਘਰ ਅੱਗ ਲੱਗੀ ਸੀ ਨਾ, ਆਪਾਂ ਬੁਝਾਉਂਦੇ ਸੀ, ਫੇਰ ਹੀ ਸਾਡੇ ਘਰ ਨਹੀਂ ਲੱਗਦੀ ਸੀਗੀ।
ਤੇ ਜੇ ਹੁਣ ਆਪਾਂ ਉਹ ਕੰਮ ਦੁਬਾਰਾ ਤੋਂ ਕਰਨ ਲੱਗੇ ਆ ਕਿ ਇਹ ਮਸਲਾ ਇਹਨਾਂ ਦਾ ਨਹੀਂ, ਸਾਡਾ ਸਾਰਿਆਂ ਦਾ ਹੈ। ਪਲੀਜ਼ ਕੰਟੀਨਿਊ। ਬਈ ਗੋਲਡੀ, ਜੇ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਨੂੰ ਕਿਹਾ ਜਾਂਦਾ ਕਿ ਬੜੀ ਗੰਦੀ ਹੋ ਗਈ ਹੈ ਰਾਜਨੀਤੀ। ਤੁਸੀਂ ਉਸ ਰਾਜਨੀਤੀ ਦੇ ਵਿੱਚ ਕੁੱਦੇ ਹੋਏ ਹੋ, ਹੁਣ MLA ਹੋ, ਹੈ ਨਾ। ਕਿਵੇਂ ਦੀ ਲੱਗਦੀ ਹੈ ਰਾਜਨੀਤੀ, ਕਿਵੇਂ ਇਹਦੀ ਦੇਖਦੇ ਹੋਗੇ? ਜਿਹੜੀ ਪਹਿਲਾਂ ਵਾਲੀ ਰਾਜਨੀਤੀ ਨਾਲੋਂ ਤੇ ਹੁਣ ਵਾਲੀ ਰਾਜਨੀਤੀ ਨਾਲੋਂ ਕਿੰਨਾ ਕੁ ਫਰਕ ਦੇਖਦੇ ਹੋਗੇ? ਇਹ ਨਾ ਜਿਹੜਾ ਮੈਂ ਸਮਝਦਾ, ਕਿਉਂਕਿ ਹਰ ਨੌਜਵਾਨ ਹੋਣ ਦੇ ਨਾਤੇ ਤਾਂ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਸਾਰੇ ਨੌਜਵਾਨਾਂ ਨਾਲ ਗੱਲ ਕਰਾਂ, ਉਹਨਾਂ ਦੇ ਵਿੱਚ ਕੀ ਅਜਿਹੀਆਂ ਉਹ ਕੀ ਚਾਹੁੰਦੇ ਨੇ ਕਿ ਸਾਡਾ ਵੀ ਕਿਵੇਂ ਚੇਂਜਸ ਆ ਸਕਦੀਆਂ ਨੇ। ਚੇਂਜ ਇਹ ਨਹੀਂ ਹੋਣਾ ਵੀ ਤੈਨੂੰ ਉਤਾਰ ਕੇ ਮੈਨੂੰ ਬਣਾ ਦਿਓ, ਮੈਨੂੰ ਉਤਾਰ ਕੇ ਬਾਈ ਜੀ ਨੂੰ ਬਣਾ ਦਿਓ। ਇਹ ਸਾਰੇ ਲੋਕਾਂ ਨੂੰ ਨਾ ਆਪਦਾ ਮਾਈਂਡ ਸੈੱਟ ਕਰਨਾ ਪੈਣਾ, ਜਿੰਨੇ ਵੀ ਆਪਾਂ ਪੰਜਾਬ ਵਾਸੀ ਆ। ਅੱਜ ਅਸੀਂ ਦੇਖੋ ਸਾਰਾ ਕੁਝ ਭੁੱਲ ਭੁਲਾ ਕੇ ਉਰੇ ਬੈਠੇ ਆ, ਠੀਕ ਹੈ ਨਾ। ਤਾਂ ਇਹ ਜਦੋਂ ਵਖਰੇਵੇਂ ਹੋਣਗੇ ਆਪਣੇ 'ਚ, ਆਪਾਂ ਇੱਕ ਯਾਨੀ ਕਿ ਕੋਈ ਕੌਜ਼ ਤੋਂ ਪਹਿਲਾਂ ਕੋਈ ਮੋਟਿਵ ਹੋ ਜਾਊਗਾ, ਠੀਕ ਹੈ ਨਾ। ਜੇ ਮੈਂ ਇੱਥੇ ਬੈਠਾ ਤਾਂ ਇਹਦਾ ਮੇਰਾ ਕੋਈ ਮਕਸਦ ਕੀ ਆ, ਮੈਨੂੰ ਪਰਸਨਲੀ ਕੀ ਫਾਇਦਾ ਇਹ ਚੀਜ਼ ਦੇ ਵਿੱਚ। ਜਦੋਂ ਆਪਾਂ ਹਰੇਕ ਚੀਜ਼ ਇਸ ਤਰੀਕੇ ਨਾਲ ਸੋਚਣ ਲੱਗ ਜਾਂਗੇ, ਮੈਨੂੰ ਲੱਗਦਾ ਫਿਰ ਕਾਮਯਾਬ ਨਹੀਂ ਹੋਵਾਂਗੇ। ਸੋ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਸਿਸਟਮ ਨੂੰ ਚੇਂਜ ਕਰਨਾ, ਮੈਂ ਦੇਖੋ ਮੇਰਾ ਤਾਂ ਕੋਈ ਪੋਲੀਟੀਕਲੀ ਬੈਕਗਰਾਊਂਡ ਵੀ ਨਹੀਂ ਸੀਗਾ, ਇੱਥੋਂ ਜਿੱਤਿਆ ਸੀਗਾ, ਸੰਘਰਸ਼ ਕਰਨਾ ਆਉਂਦਾ ਸੀਗਾ, ਉੱਥੇ ਲੋਕਾਂ ਦੀ ਆਵਾਜ਼ ਬਣਿਆ ਤੇ ਅੱਜ ਬਣਾਤਾ। ਤੇ ਲਗਾਤਾਰ ਮੈਨੂੰ ਲੱਗਦਾ ਕਿ ਕੌਨਸਟੀਚੁਐਂਸੀ 4.5 ਸਾਲ ਹੋ ਗਏ, ਕੋਈ ਬੰਦਾ ਇਹ ਵੀ ਨਹੀਂ ਕਹਿ ਸਕਦਾ ਵੀ ਇੱਕ ਦਿਨ ਵੀ ਐਬਸੈਂਟ ਰਿਹਾ, ਠੀਕ ਹੈ ਨਾ। ਤਾਂ ਇਹ ਗੱਲ ਨਹੀਂ ਹੁੰਦੀ। ਆਪਾਂ ਨੂੰ ਚੇਂਜਸ ਹੁਣ ਜਿਹੜੀ ਅੱਗੇ ਪੋਲਿਟਿਕਸ ਆ ਨਾ, ਉਹ ਚਿਹਰਿਆਂ ਤੇ ਡਿਪੈਂਡ ਕਰਦੀ ਆ ਤੁਹਾਡੀ, ਤੁਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੋ, ਕਿਸ ਤਰੀਕੇ ਨਾਲ ਵਿਚਰਦੇ ਹੋ। ਰਾਜਨੀਤੀ ਆ ਵੀ ਜਿਹੜੇ ਸਟੂਡੈਂਟਸ ਨੇ ਇੱਥੇ, ਇਹ ਵੀ ਦੇਖੋ ਹੈ ਤਾਂ ਸਾਰੀ ਪੋਲਿਟਿਕਸ ਨਾ ਰਾਜਨੀਤੀ ਹੋਈ ਆ, ਠੀਕ ਹੈ ਨਾ। ਰਾਜ ਨੂੰ ਕਿਸ ਤਰੀਕੇ ਨਾਲ ਚਲਾਉਣਾ। ਯੂਨੀਵਰਸਿਟੀ ਆ ਜਿਹੜੀ ਸੈਨੇਟ ਆ, ਇਹ ਵੀ ਇੱਕ ਤਰ੍ਹਾਂ ਦੀ ਇਲੈਕਟਡ ਬੋਡੀ ਆ, ਇਹਨੇ ਕਿਸ ਤਰੀਕੇ ਨਾਲ ਚਲਾਉਣਾ। ਫਿਰ ਉਸ ਤੋਂ ਬਾਅਦ ਵਿਦਿਆਰਥੀ ਚੋਣਾਂ ਹੁੰਦੀਆਂ ਨੇ, ਉਹਨਾਂ ਨੇ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜਨੀ ਆ। ਇਹ ਹੁਣ ਸੈਨੇਟ ਬੰਦ ਕਰ ਰਹੇ ਨੇ, ਇਸ ਤੋਂ ਬਾਅਦ ਵਿਦਿਆਰਥੀ ਚੋਣਾਂ ਬੰਦ ਕਰਨਗੇ। ਦੋ ਹੀ ਯੂਨੀਵਰਸਿਟੀਆਂ ਨੇ ਜਿਹੜੀਆਂ ਜ਼ਿਆਦਾ ਪਾਪੂਲਰ ਨੇ, JNU ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ, ਠੀਕ ਹੈ। ਜਿੱਥੋਂ ਨਿਕਲਦੇ ਹੁਣ ਲਾਸਟ ਜੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਕਿੰਨੇ ਨੌਜਵਾਨਾਂ ਨੂੰ, ਚਾਹੇ ਅੱਜ ਹੁਣ ਪਿੱਛੇ ਜੇ ਸਾਡੇ ਇੱਕ ਦੋਸਤ ਦੀ ਡੈਥ ਹੋਈ ਆ ਵਿੱਕੀ ਦੀ, ਉਹ ਵੀ ਇਸ ਯੂਨੀਵਰਸਿਟੀ ਦਾ ਹਿੱਸਾ ਸੀਗਾ, ਠੀਕ ਹੈ ਨਾ। ਚਾਹੇ ਕਿਸੇ ਵੀ ਤੁਸੀਂ ਆਰਗੇਨਾਈਜੇਸ਼ਨ 'ਚ ਨਿਗਾਹ ਮਾਰੋਗੇ ਤਾਂ ਸਾਰੇ ਜਿਹੜੇ ਲੋਕ ਨੇ ਉਹ ਇੱਥੋਂ ਪੜ੍ਹੇ ਹੋਏ ਨੇ, ਠੀਕ ਹੈ ਨਾ। ਉਹ ਇੱਥੇ ਤੱਕ ਪਹੁੰਚੇ ਤਾਂ ਉਹਨਾਂ ਨੂੰ ਇੱਥੋਂ ਐਕਸਪੀਰੀਅੰਸ ਮਿਲਦਾ, ਇੱਥੇ ਸਿੱਖਦੇ ਨੇ ਉਹ ਯੂਨੀਵਰਸਿਟੀਆਂ ਤੋਂ। ਪੰਜਾਬੀ ਯੂਨੀਵਰਸਿਟੀ ਹੋ ਗਈ, ਚੰਡੀਗੜ੍ਹ ਯੂਨੀਵਰਸਿਟੀ ਹੋ ਗਈ, ਸਾਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋ ਗਈ। ਸੋ ਇਹ ਅਦਾਰਿਆਂ ਨੂੰ ਕਾਮਯਾਬ ਰੱਖਣ ਲਈ ਸੋ ਇਹਨਾਂ ਦੇ ਵਿੱਚ ਕਿਹੜੀਆਂ ਅਥਾਰਟੀਜ਼ ਕਿਹੜੀਆਂ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਨੇ, ਉਹਨਾਂ ਦੇ ਅਗੇਂਸਟ ਸਾਨੂੰ ਇਕੱਠੇ ਹੋ ਕੇ ਲੜਨਾ ਪਊ, ਖੜਨਾ ਪਊ ਤੇ ਸਟੂਡੈਂਟਾਂ ਦੇ ਹੱਕਾਂ ਦੀ ਗੱਲ ਕਰਨੀ ਪਊ ਤੇ ਮਾਹੌਲ ਸੁਖਾਵਾਂ ਬਣਾਉਣਾ ਪਊਗਾ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਸੋਚੋ ਕਦੇ ਵੀ ਆਪਣਾ VC ਤੇ ਸਟੂਡੈਂਟਸ ਦੇ ਵਿੱਚ ਕਿਤੇ ਤੁਸੀਂ ਐ ਬੈਰੀਕੇਟਿੰਗ ਦੇਖੀ ਸੀ? ਜਿਹੜਾ ਬੰਦਾ ਉਹਨਾਂ ਦੇ ਨਾਲ ਜੁੜ ਕੇ ਯੂਨੀਵਰਸਿਟੀ ਨੂੰ ਬਿਹਤਰ ਕਰਨਾ ਜਿਹਨੇ, ਉਹ ਬੈਰੀਕੇਡ ਲਾ ਕੇ ਬਹਿ ਗਿਆ ਵਿੱਚ। ਜਿਹੜਾ ਲੋਕਾਂ ਨੇ ਚੁਣਿਆ ਵੀ ਉਹ ਲੋਕਾਂ ਤੋਂ ਹੀ ਦੂਰ ਹੋ ਜੇ, ਤੁਸੀਂ ਕੀ ਕਰ ਲਓਗੇ ਚੰਗਾ? ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਬੰਦਾ ਉਹ ਜੋ ਹੁਣ ਕੀ ਜ਼ਰੂਰਤ ਸੀ। ਹਾਲ ਤੱਕ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਨਾ ਰੰਧਾਵਾ ਸਾਹਿਬ ਕਿ ਜੋ ਪੰਜਾਬ ਯੂਨੀਵਰਸਿਟੀ 'ਚ ਪੜ੍ਹਿਆ ਹੋਇਆ ਬੰਦਾ ਨਹੀਂਗਾ ਉਹਨੂੰ VC ਬਣਾਇਆ ਗਿਆ, ਪਹਿਲੀ ਵਾਰੀ ਹੋਇਆ, ਫਸਟ ਟਾਈਮ ਹੋਇਆ। ਔਰ ਜਦੋਂ ਉਹ ਬਣੇ ਨਹੀਂ ਸੀਗੇ, ਉਦੋਂ ਪਹਿਲਾਂ ਇਸ ਯੂਨੀਵਰਸਿਟੀ ਦਾ ਰੈਂਕ ਪਹਿਲੇ 10 'ਚ ਸੀ ਤੇ ਜਦੋਂ ਦੇ ਉਹ ਬਣ ਗਏ ਨੇ ਪਿਛਲੇ ਸਾਲ ਦਾ ਰੈਂਕ 40 ਹੈ। ਉਹ ਯਾਰ ਇੱਕ ਅੱਛਾ ਖਾਸਾ, ਕੋਈ ਵੀ ਚੀਜ਼ ਆਪਾਂ ਚੇਂਜ ਉਦੋਂ ਲਿਆਉਣੇ ਆ ਨਾ ਜਦੋਂ ਉੱਥੇ ਕੋਈ ਮਸਲਾ ਹੋਵੇ, ਉਹਦਾ ਅਕੈਡਮਿਕ ਲੈਵਲ, ਸਪੋਰਟਸ ਲੈਵਲ ਜਾਂ ਸੋਸ਼ਲੀ ਕਲਚਰਲੀ ਚੰਗਾ ਨਾ ਹੋਵੇ ਪਰਫਾਰਮ। ਤੇ ਜੇ ਪਰਫਾਰਮ ਬੈਟਰ ਹੋ ਰਿਹਾ ਫਿਰ ਤੁਸੀਂ ਚੇਂਜ ਕਿਉਂ ਕਰ ਰਹੇ ਹੋ? ਹੋਣਾ ਕੀ ਚਾਹੀਦਾ ਸੀ ਕਿ ਬਾਕੀ ਯੂਨੀਵਰਸਿਟੀਆਂ ਨੂੰ ਇਸ ਯੂਨੀਵਰਸਿਟੀ ਵਾਂਗੂ ਇਲੈਕਟਡ ਬਣਾਉਂਦੇ, ਡੈਮੋਕ੍ਰੈਟਿਕ ਬਣਾਉਂਦੇ। ਇੱਥੇ ਉਲਟਾ ਕੰਮ ਹੋ ਰਿਹਾ। ਇਸ ਡੈਮੋਕ੍ਰੈਟਿਕ ਯੂਨੀਵਰਸਿਟੀ ਨੂੰ ਉਹਨਾਂ ਵਾਂਗੂ ਨੋਮੀਨੇਟਡ ਬਣਾਇਆ ਜਾ ਰਿਹਾ ਹੈ। ਦਿਸ ਇਜ਼ ਰੋਂਗ। ਜੇ ਗੱਲ ਕਰੀਏ ਤਾਂ ਯੂਨੀਵਰਸਿਟੀ ਆਪਾਂ ਪਹਿਲਾਂ ਵੀ ਗੱਲ ਕਰੀਏ ਕਿ ਪੰਜਾਬ ਦਾ ਉਹ ਹਿੱਸਾ ਸੀਗਾ ਜਿਹੜੇ ਨੂੰ ਲਾਹੌਰ ਦੀ ਥਾਂ ਤੇ ਦਿੱਤਾ ਗਿਆ ਸੀ, ਪਰ ਪੰਜਾਬੀਆਂ ਨੂੰ ਕਿਉਂ ਉਜਾੜਿਆ ਜਾ ਰਿਹਾ? ਇਹ ਇੱਕ ਬੜਾ ਵੱਡਾ ਸਵਾਲ ਹੈਗਾ। ਉਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਆਪਾਂ ਯੂਨੀਵਰਸਿਟੀ ਦੇ ਵਿੱਚ ਜਿਹੜੇ ਨੌਜਵਾਨ ਪੜ੍ਹਦੇ ਨੇ ਉਹ ਰਾਜਨੀਤੀ ਦੇ ਵਿੱਚ ਜਾਂਦੇ ਨੇ, ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰੀ ਜਾ ਰਹੀ ਵੀ ਇਹ ਨੌਜਵਾਨ ਨਹੀਂ ਪੜ੍ਹ ਕੇ ਕਿਤੇ ਰਾਜਨੀਤੀ 'ਚ ਨਾ ਜੇ। ਇਹ ਵੀ ਰੀਜ਼ਨ ਹੈ। ਆ ਬੈਠੇ ਤੁਹਾਡੇ ਗੋਲਡੀ ਜੀ ਨੇ ਹੁਣੇ ਕੀ ਦੱਸਿਆ ਤੁਹਾਨੂੰ ਕਿ ਰਾਜਨੀਤੀ ਦਾ ਪਹਿਲਾ ਪਾਠ ਇਹਨਾਂ ਨੇ ਇੱਥੋਂ ਹੀ ਸਿੱਖਿਆ, ਇੱਥੋਂ ਹੀ ਸਿੱਖ ਕੇ ਗਏ ਨੇ। ਕਿਉਂਕਿ ਜਿਹੜੀਆਂ ਇਹ ਸਿੱਖਿਆ ਸੰਸਥਾਨ ਨੇ ਨਾ ਸਾਰੇ, ਜਾਂ ਇਹ ਜਿਹੜੇ ਵਿਦਿਆ ਵਾਲੇ ਨੇ, ਇਹ ਤੁਹਾਨੂੰ ਬਹੁਤ ਕੁਝ ਸਿਖਾਉਂਦੇ ਨੇ। ਅਸੀਂ ਸਕੂਲ ਜਾਂ ਕਾਲਜ ਜਾ ਕੇ ਸਿਰਫ ਪੀਰੀਅਡ ਜਾਂ ਸਬਜੈਕਟ ਦੀ ਜਾਣਕਾਰੀ ਨਹੀਂ ਲੈਂਦੇ, ਜ਼ਿੰਦਗੀ 'ਚ ਜਿਉਣਾ ਕਿਵੇਂ ਹੈ, ਜਿਹਦੇ 'ਚ ਰਾਜਨੀਤੀ ਵੀ ਆਉਂਦੀ ਹੈ, ਸਪੋਰਟਸ ਵੀ ਆਉਂਦਾ, ਕਲਚਰ ਵੀ ਆਉਂਦਾ, ਮਿਲਣਾ ਕਿਵੇਂ, ਬੈਠਣਾ ਕਿਵੇਂ ਹੈ, ਤਮੀਜ਼ ਕੀ ਹੈ, ਤਹਿਜ਼ੀਬ ਕੀ ਹੈ, ਸਭ ਕੁਝ ਸਿੱਖਦੇ ਹਾਂ। ਕੀ ਇਹ ਉਹ ਤਮੀਜ਼ ਔਰ ਤਹਿਜ਼ੀਬ ਦੇ ਹਿੱਸੇ ਨੇ? ਆਹ
ਕਿ ਵੀਸੀ ਅੱਗੇ ਲਾ ਕੇ ਬੈਰੀਕੇਡ ਬਹਿ ਜੇ, ਕੀ ਸੋਚਣਗੇ ਨਵੇਂ ਬੱਚੇ ਕਿ ਯਾਰ ਵੀਸੀ ਐ ਹੁੰਦੇ ਨੇ? ਇਹ ਤਾਂ ਨਹੀਂ ਹੁੰਦਾ ਨਾ। ਔਰ ਮੰਨ ਲਓ ਅਸੀਂ ਗਲਤ ਹੈ, ਸਾਰੇ ਗਲਤ ਹੈ, ਸਾਰੇ ਹੀ ਗਲਤ ਹੈ, ਤੁਸੀਂ ਆਓ, ਤੁਸੀਂ ਤਾਂ ਹੈਗੇ ਹੋ ਅੱਜ ਕੱਲ, ਕੋਈ ਇਹ ਤਾਂ ਧੱਕਾਸ਼ਾਹੀ ਤਾਂ ਨਹੀਂ, ਕੈਮਰੇ ਹੈਗੇ ਨੇ, ਤੁਸੀਂ ਸਾਹਮਣੇ ਆ ਕੇ ਲੌਜੀਕਲੀ ਦੱਸੋ ਕਿ ਦਿਸ ਇਜ਼ ਦੀ ਰੀਜ਼ਨ ਅਸੀਂ ਆ ਚੇਂਜ ਤਾਂ ਕਰ ਰਹੇ ਹਾਂ। ਸਾਡੇ ਕੋਲ ਜਵਾਬ ਹੀ ਨਹੀਂ ਹੋਊਗਾ, ਤੁਰ ਜਾਾਂਗੇ। ਤੁਸੀਂ ਨਹੀਂ ਉਹ ਦੱਸਣਾ, ਡਿਸਕਸ ਤਾਂ ਤੁਸੀਂ ਕਰਨਾ ਹੀ ਨਹੀਂ, ਡਿਬੇਟ ਤਾਂ ਤੁਸੀਂ ਕਰਨੀ ਹੀ ਨਹੀਂ। ਇਸ ਦੇਸ਼ 'ਚ ਸਭ ਤੋਂ ਮਾੜਾ ਕੀ ਹੋ ਰਿਹਾ? ਡਿਬੇਟ ਕਿੱਲ ਹੋ ਰਹੀ ਹੈ। ਡਿਬੇਟ ਜਦੋਂ ਕਿੱਲ ਹੁੰਦੀ ਹੈ ਨਾ ਤਾਂ ਅਗਲਾ ਕਿਹੜੀ ਹੁੰਦੀ ਹੈ ਸ਼੍ਰੇਣੀ? ਡੈਮੋਕ੍ਰੇਸੀ ਕਿੱਲ ਹੋ ਜਾਂਦੀ ਹੈ। ਤੁਸੀਂ ਸੁਣਨਾ ਤਾਂ ਚਾਹੁੰਦੇ ਹੀ ਨਹੀਂ, ਤੁਸੀਂ ਜਨ ਕੀ ਬਾਤ ਤਾਂ ਸੁਣ ਹੀ ਨਹੀਂ ਨਾ ਰਹੇ। ਇਹ ਸੁਣੋਗੇ ਤਾਂ ਤੁਸੀਂ ਸਮਝੋਗੇ, ਤੁਸੀਂ ਕਰੋ ਤਾਂ ਸਹੀ, ਅਸੀਂ ਤੁਹਾਡੇ ਨਾਲ ਜੁੜਾਂਗੇ। ਇਹ ਇੱਕ ਪੋਜ਼ਿਟਿਵਿਟੀ ਜਨਰੇਟ ਹੋਈ ਹੈ, ਇਹਦੇ ਨਾਲ ਆ ਦੇਸ਼ ਬਹੁਤ ਅੱਗੇ, ਇਹ ਪ੍ਰਦੇਸ਼ ਬਹੁਤ ਅੱਗੇ ਜਾ ਸਕਦਾ ਹੈ। ਜਦ ਇੱਕ ਮਸਲੇ ਨੂੰ ਸਾਰੇ ਲੋਕ ਰਿਐਕਟ ਕਰਨ ਲੱਗ ਜਾਣ, ਅੱਜ ਕਰ ਰਹੇ ਨੇ, ਉਹ ਇਹਦੇ ਨਾਲ ਅੱਗੇ ਵਧਾਓ ਇਸ ਪੋਜ਼ਿਟਿਵਿਟੀ ਨੂੰ। ਬਟ ਇਹ ਉਲਟੀ ਨੈਗੇਟਿਵਿਟੀ 'ਚ ਪਏ ਨੇ। ਦੱਬਣਾ ਹੈ, ਕਬਜ਼ਾ ਕਰਨਾ ਹੈ, ਇੱਕ ਰੰਗਾ ਕਰਨਾ ਹੈ, ਇਹ ਚੀਜ਼ਾਂ ਜਦੋਂ ਤੁਸੀਂ, ਇੱਕ ਕੁਦਰਤ ਦਾ ਅਸੂਲ ਹੈ, ਜਿੰਨਾ ਦੱਬੋਗੇ ਉਨਾ ਉਛਲੂਗੀ ਚੀਜ਼। ਆ ਉਛਲ ਗਈ ਨਾ, ਕਿਸਾਨੀ ਨੂੰ ਦੱਬਣ ਲੱਗੇ, ਉਛਲ ਗਿਆ ਨਾ, ਹੁਣ ਤੇ ਜਵਾਬ ਦਿੰਦੇ ਫਿਰਦੇ ਹੋ। ਉਹੀ ਲੋਕ ਸੀ ਜਿਹੜੇ ਪਾਰਲੀਮੈਂਟ 'ਚ ਖੜ ਕੇ ਗੱਲ ਨਹੀਂ ਕਰਦੇ ਸੀ, ਹੁਣ ਕਿਵੇਂ ਛਾਲਾਂ ਵੱਜ ਰਹੀਆਂ ਨੇ। ਹਜੇ ਜਿਹੜੇ ਨਹੀਂ ਮਾਰ ਰਹੇ ਇਹਨਾਂ ਦੀਆਂ ਵੇਖਿਓ ਜੇ ਵੱਜਦੀਆਂ, ਕਿਉਂਕਿ ਯਾਰ ਲੋਕਾਂ ਨੇ ਚੁਣੇ ਹੈ, ਲੋਕਾਂ ਨੇ ਚੁਣ ਕੇ ਭੇਜਿਆ। ਲੋਕ ਸੜਕਾਂ ਤੇ ਬੈਠੇ ਨੇ, ਚਾਹੇ 50 ਟੈਂਪਰੇਚਰ ਹੋਵੇ, ਚਾਹੇ 0 ਹੋਵੇ, ਚਾਹੇ ਗੋਡੇ ਗੋਡੇ ਪਾਣੀ ਹੋਵੇ, ਤੁਹਾਨੂੰ ਪਰਵਾਹ ਹੀ ਕੋਈ ਨਹੀਂ। ਤੁਸੀਂ ਕੁਝ ਵੀ ਕਹਿ ਦਿੰਦੇ ਹੋ ਉਹਨਾਂ ਬਾਰੇ, ਤਾਂ ਇਹਦੇ ਬਾਰੇ ਸੋਚਣਾ ਪਊਗਾ। ਔਰ ਮੈਨੂੰ ਲੱਗਦਾ ਹੈ ਆ ਤੁਹਾਡੇ ਕੈਮਰਿਆਂ ਰਾਹੀਂ ਵੀ ਅਸੀਂ ਕਹਿੰਦੇ ਹਾਂ ਕਿ ਸੋਚੋ, ਨਹੀਂ ਤਾਂ ਹੁਣ ਲੋਕ ਜਾਗਰਤ ਨੇ। ਜਿੱਥੇ ਵੀ ਪ੍ਰੋਬਲਮ ਕ੍ਰੀਏਟ ਕਰੂੰਗੇ ਸਾਰੇ ਇਕੱਠੇ ਹੋਵਾਂਗੇ, ਵੰਡਣ ਨਹੀਂ ਦੇਣਾ ਹੁਣ ਅਸੀਂ। ਕਿਉਂਕਿ ਇਹ ਕੀ ਕਰਦੇ ਨੇ ਨਾ, ਜਦੋਂ ਇਕੱਠੇ ਹੋ ਜਾਓ ਫਿਰ ਤੂੰ ਆ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਸਿੱਖ ਹੈ, ਤੂੰ ਈਸਾਈ ਹੈ, ਫਿਰ ਤੂੰ ਜੱਟ ਹੈ, ਤੂੰ ਫਲਾਨਾ ਹੈ, ਫਿਰ ਤੁਹਾਡੀ ਪਾਰਟੀ ਫਲਾਨੀ ਹੈ, ਫਿਰ ਤੁਹਾਡੀ ਯੂਨੀਅਨ ਫਲਾਨੀ ਹੈ। ਅਸੀਂ ਬੜੇ ਤਰੀਕੇ ਬਣਾਏ ਹੋਏ ਆ ਵੰਡਣ ਦੇ ਅਤੇ ਵੰਡ ਕੇ ਰਾਜ ਕਰਨ ਦੇ। ਹੁਣ ਆਪਾਂ ਇਹਨਾਂ ਗੱਲਾਂ ਨੂੰ ਖਤਮ ਕਰਨਾ ਹੈ। ਜੇ ਸਾਡੇ ਪੰਜਾਬ ਦੇ ਮਸਲੇ ਹੈ ਨਾ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ, ਬਹੁਤ ਵਾਰੀ ਕਰਦੇ ਹੋ ਤੁਸੀਂ ਗੱਲ, ਸਹੀ ਹੈ ਗੱਲ ਤੁਹਾਡੀ। ਸਾਨੂੰ ਅਸੀਂ ਜਦੋਂ ਹਰਿਆਣੇ ਵਾਲਿਆਂ ਨੂੰ ਸਮਝਾਵਾਂਗੇ ਨਾ ਕਿ ਸਾਡੇ ਨਾਲ ਆਹ ਦੁੱਖ ਹੈ ਭਰਾਵਾ, ਸਾਡੀ ਗੱਲ ਸੁਣ, ਸਾਡਾ ਪਾਣੀ ਸਾਡੇ ਕੋਲ ਹੀ ਹੈ ਨਹੀਂ, ਅਸੀਂ ਤੈਨੂੰ ਕਿੱਥੋਂ ਦੇ ਦਈਏ, ਤਾਂ ਉਹ ਸੁਣੂਗਾ। ਇਹ ਸੁਣਾਵਾਂਗੇ ਆਪਾਂ। ਨਹੀਂ ਸੁਣੂਗਾ, ਦੇਖੋ ਕਨਫਰੰਟੇਸ਼ਨ ਤਾਂ ਕਦੇ ਵੀ ਕਰ ਲਓ, ਉਹ ਤਾਂ ਤਿਆਰ ਹੀ ਹੁੰਦਾ ਹਰ ਕੋਈ, ਪਰ ਆਪਾਂ ਜੋੜ ਕੇ ਗੱਲਾਂ ਜਿੱਤਣੀਆਂ ਔਰ ਕਰਨੀਆਂ ਨੇ। ਹਰ ਗੱਲ ਦਾ ਸੋਲੂਸ਼ਨ ਹੈ, ਪਰ ਉਹ ਚਰਚਾ 'ਚ ਹੈ, ਦੱਬਣ 'ਚ ਨਹੀਂਗਾ। ਸੋ ਇਹ ਚਰਚਾ ਹੈ। ਮਾਨ ਸਾਹਿਬ, ਤੁਸੀਂ ਪੰਜਾਬ ਦੀ ਗੱਲ ਕਰੀ ਆ ਵੀ ਪੰਜਾਬ ਦੇ ਮਸਲੇ ਬਹੁਤ ਨੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰੀ ਆ, ਪਰ ਪੰਜਾਬ ਦੀ ਇੱਕ ਲਹਿਰ ਚੱਲੀ, ਜਵਾਨੀ ਡੋਬ ਕੇ ਰੱਖਤੀ। ਦੂਜੀ ਲਹਿਰ ਚੱਲੀ ਨਸ਼ੇ ਦੀ ਲਹਿਰ ਦੇ ਵਿੱਚ ਜਵਾਨੀ ਨੂੰ ਡੋਬਤਾ। ਤੇ ਹੁਣ ਤੀਜੀ ਲਹਿਰ ਚੱਲ ਰਹੀ ਆ ਆਈਲੈਟਸਾਂ ਦੇ ਨਾਲ ਜਵਾਨੀ ਦੀ ਜਹਾਜ਼ ਭਰ ਬਾਹਰ ਨੂੰ ਜਾ ਰਹੇ ਨੇ। ਕੀ ਲੱਗਦਾ ਕਿੱਥੇ ਕਮੀ ਹੈਗੀ ਇੱਥੇ? ਮੈਨੂੰ ਸਭ ਤੋਂ ਵੱਡਾ ਡਰ ਹੀ ਆ ਲੱਗ ਰਿਹਾ ਕਿ ਅਸੀਂ ਯਾਰ ਪਲਾਇਨ ਕਰ ਰਹੇ ਹਾਂ। ਸਾਡੀ ਕੌਮ ਸੀ ਜਿਹੜੀ ਇਹ ਪਲਾਇਨ ਕਰਨ ਵਾਲੀ ਥੋੜੀ ਸੀ, ਭੱਜਣ ਵਾਲੀ ਥੋੜੀ ਸੀ। ਇਹ ਤਾਂ ਭਜਾਉਣ ਵਾਲੀ ਸੀ, ਇਹ ਤਾਂ ਖੜਨ ਵਾਲੀ ਸੀ, ਅੜਨ ਵਾਲੀ ਸੀ। ਅੱਜ ਅਸੀਂ ਪਲਾਇਨ ਕਰਕੇ ਭੱਜੇ ਜਾ ਰਹੇ ਹਾਂ। ਮੈਂ ਤਾਂ ਬੜੇ ਵਾਰੀ ਕਿਹਾ ਕਿ ਜੇ ਤੁਸੀਂ ਇਸ ਲਈ ਜਾ ਰਹੇ ਹੋ ਨਾ ਕਿ ਇੱਥੇ ਰੁਪਇਆ ਨਹੀਂ, ਇੱਥੇ ਨੌਕਰੀ ਨਹੀਂ, ਇੱਥੇ ਧੱਕੇ ਹੁੰਦੇ ਆ, ਤਾਂ ਜੋ ਕਰਦਾ ਉਹਨੂੰ ਬਦਲੋ। ਧੱਕੇ ਨਾਲ ਤਾਂ ਨਹੀਂ ਬਹਿ ਗਏ, ਅਸੀਂ ਬਾਏ ਹੈ। ਆ ਬੈਠੇ ਆ ਨਾ ਤੁਹਾਡੇ ਨਾਲ MLA ਨੇ ਬੈਠੇ ਨੇ, ਮੈਂ ਇਹਨਾਂ ਨੂੰ ਪਾਰਟੀ ਤੋਂ ਹਟ ਕੇ ਗੱਲ ਕਰ ਰਿਹਾ। ਇਹਨਾਂ ਦੀ ਪਾਰਟੀ ਦਾ ਆਈਮ ਸੌਰੀ, ਮੈਂ ਕੁਛ ਨਹੀਂ ਕਹੂੰਗਾ ਇਹਨਾਂ ਦੇ ਸਾਹਮਣੇ, ਬਟ ਇਹ ਕੰਮ ਇਹਨਾਂ ਨੂੰ ਆਪਦੇ ਇਲਾਕੇ 'ਚ ਜਾਂਦਿਆਂ ਕੋਈ ਪ੍ਰੋਬਲਮ ਨਹੀਂ, ਬਾਕੀ ਜਾ ਕੇ ਵਿਖਾਉਣ ਕਾ। ਇਹ ਕੀ ਹੈ ਕਿ ਤੁਹਾਨੂੰ ਕੰਮ ਕਰਨਾ ਪਊਗਾ। ਔਰ ਜੇ ਕੋਈ ਕੰਮ ਨਹੀਂ ਕਰਦਾ, ਜਿਹੜੀ ਤੁਸੀਂ ਕਹਿ ਰਹੇ ਹੋ ਗੱਲ, ਬਾਹਰ ਜਾ ਰਹੇ ਹੋ, ਮੈਂ ਬਾਹਰ ਜਾਣ ਵਾਲਿਆਂ ਨੂੰ ਵੀ ਕਹੂੰਗਾ, ਉੱਥੇ ਜਾ ਕੇ ਕੁਛ ਵੀ ਕਰਦੇ ਨੇ ਅਤੇ ਇੱਥੇ ਕੁਛ ਵੀ ਨਹੀਂ ਕਰਦੇ। ਇਹਦੇ ਬਾਰੇ ਸੋਚੋ। ਜੇ ਤੁਹਾਡੇ ਨਾਲ ਕੋਈ ਗਲਤ ਕਰ ਰਿਹਾ, ਤੁਸੀਂ ਇਸ ਮਿੱਟੀ 'ਚੋਂ ਪੈਦਾ ਹੋਏ ਹੋ, ਖੜੋ। ਅਸਰਾਬੇ ਹਰੀ ਕਿੱਥੋਂ ਆਏ ਸੀ? ਬੱਬਰ ਅਕਾਲੀ ਦਲ ਕਿੱਥੋਂ ਆਇਆ ਸੀ? ਇੱਥੋਂ ਹੀ ਉੱਠੇ ਸੀ। ਤੁਹਾਨੂੰ ਖੜਨਾ ਪਊਗਾ, ਲੜਨਾ ਪਊਗਾ ਹੱਕਾਂ ਲਈ। ਗੁਰੂ ਸਾਹਿਬ ਨੇ ਨਹੀਂ ਕਿਹਾ ਰਾਜ ਨਿੱਜ ਬਲ ਨਾਲ, ਨਿੱਜ ਬਲ ਤਾਂ ਉਹ ਤਾਂ ਰਾਜ ਦੀ ਗੱਲ ਹੈ। ਅਸੀਂ ਆਪਦਾ ਹੱਕ ਵੀ ਨਹੀਂ ਲੈ ਸਕਦੇ ਯਾਰ। ਭੱਜਣ ਨਾਲ ਗੱਲ ਨਹੀਂ ਬਣਨੀ, ਖੜਨ ਨਾਲ ਬਣੂਗੀ, ਅੜਨ ਨਾਲ ਬਣੂਗੀ ਔਰ ਲੜਨ ਨਾਲ ਬਣੂਗੀ। ਲੜਨ ਦਾ ਮਾਦਾ ਜਿਸ ਦਿਨ ਛੱਡਤਾ ਉਸ ਦਿਨ ਸਮਝੋ ਤੁਸੀਂ ਦੱਬੇ ਗਏ, ਤੁਹਾਡਾ ਅੰਦਰ ਖਤਮ ਹੋ ਗਿਆ। ਜਿਉਂਦੀਆਂ ਕੌਮਾਂ ਤੇ ਜਿਉਂਦੇ ਲੋਕਾਂ ਦਾ ਫਰਜ਼ ਹੁੰਦਾ ਰਿਐਕਟ ਕਰਨਾ, ਔਰ ਜਦੋਂ ਰਿਐਕਟ ਕਰਾਂਗੇ ਤਾਂ ਸਾਹਮਣੇ ਸਹੀ ਹੋਊਗਾ। ਹਵਾਈ ਫਿਲਮ ਬਣਾਈ, ਹਵਾਈ ਫਿਲਮ ਦੇ ਵਿੱਚ ਬੜਾ ਵਧੀਆ ਕਿਰਦਾਰ ਕਰਿਆ, ਪਰ ਉਹ ਫਿਲਮ ਨੂੰ ਬੈਨ ਕਰ ਦਿੱਤਾ ਗਿਆ। ਜਿਹੜੀਆਂ ਸੇਧ ਦਿੰਦੀਆਂ ਨੇ ਚੀਜ਼ਾਂ ਉਹਨਾਂ ਨੂੰ ਬੈਨ ਕਰ ਦਿੰਦੇ ਨੇ। ਕਦੇ ਕੋਈ ਕਿਤਾਬ ਬੈਨ ਕਰਤੀ,
ਕਦੇ ਕੋਈ ਮੂਵੀ ਬੈਨ ਕਰਤੀ, ਕਦੇ ਕੁਝ ਅਜਿਹੀਆਂ ਲਿਖਤਾਂ ਹੁੰਦੀਆਂ ਨੇ ਉਹਨਾਂ ਨੂੰ ਬੈਨ ਕਰ ਦਿੰਦੇ ਨੇ। ਪਰ ਇੱਥੇ ਕਿਹਨੂੰ ਅਸੀਂ ਦੋਸ਼ ਦਈਏ? ਬੈਨ ਕਰਕੇ ਹਟਾ ਲਿਆ? ਨਹੀਂ ਹਟਾਇਆ। ਮੈਂ ਤਾਂ ਉਸ ਤੋਂ ਬਾਅਦ ਗਦਾਰ ਵੀ ਬਣਾਈ, ਉਹਦੇ 'ਚ ਵੀ ਵਿਖਾਇਆ ਜਿਹੜੇ ਕਤਲ ਹੋਏ ਸੀ ਇੱਥੇ ਨਜਾਇਜ਼। ਮੈਂ ਤਾਂ ਉਸ ਤੋਂ ਬਾਅਦ ਡੇਰਾਬਾਦ 'ਤੇ ਵੀ ਬਣਾਈ, ਨਹੀਂ ਹਟਾ ਪਾਏ ਨਾ। ਸੋ ਇਹ ਤੁਹਾਡਾ ਇਨਸਾਨੀ ਫਰਜ਼ ਹੈ, ਜਿਹੜੇ ਕੰਮ ਤੋਂ ਤੁਸੀਂ ਧੱਕੇ ਨਾਲ ਰੋਕੋਗੇ ਉਹ ਤਾਂ ਅਸੀਂ ਕਰਾਂਗੇ। ਤੁਸੀਂ ਸਾਨੂੰ ਤਰਕ ਨਾਲ ਸਮਝਾਓ ਕਿ ਗਲਤ, ਅਸੀਂ ਨਹੀਂ ਕਰਾਂਗੇ, ਅਸੀਂ ਬਲਕਿ ਤੁਹਾਡੀ ਗੱਲ ਸੁਣ ਲਾਂਗੇ। ਸੋ ਇਹ ਇਨਸਾਨੀ ਫਰਜ਼ ਹੈ। ਖਲੀਲ ਜਿਬਰਾਨ ਦੀ ਨਾ ਇੱਕ ਬਹੁਤ ਮਸ਼ਹੂਰ ਗੱਲ ਸੀਗੀ ਕਿ ਬੁਰਾਈ ਦੇ ਖਿਲਾਫ ਜਿਹਾਦ ਕਰੋ, ਲੜੋ। ਜੇ ਲੜ ਨਹੀਂ ਸਕਦੇ ਤਾਂ ਬੋਲੋ, ਬੋਲ ਨਹੀਂ ਸਕਦੇ ਤਾਂ ਸੋਚੋ, ਤੇ ਜੇ ਸੋਚ ਵੀ ਨਹੀਂ ਸਕਦੇ ਤਾਂ ਤੁਹਾਨੂੰ ਇਨਸਾਨ ਹੋਣ ਦਾ ਹੱਕ ਨਹੀਂਗਾ। ਇਹ ਜਿਹੜੇ ਪਲਾਨ ਕਰ ਰਹੇ ਨੇ, ਮੈਂ ਉਹਨਾਂ ਨੂੰ ਕਹੂੰਗਾ ਹੱਥ ਜੋੜ ਕੇ, ਉਹ ਸਾਡੇ ਹੀ ਬੱਚੇ ਨੇ, ਸਾਡੇ ਹੀ ਭਰਾ ਨੇ, ਕਿ ਜਾਓ ਨਾ ਓਏ ਸਹੁਰਿਓ, ਤੁਹਾਡੇ ਬਿਨਾਂ ਇਹ ਧਰਤੀ ਕੀ ਕਰੂਗੀ? ਖਾਲੀ ਕਰ ਕਰਕੇ ਭੱਜੇ ਜਾ ਰਹੇ ਹੋ। ਇੱਥੇ ਗੁਰੂਆਂ ਦਾ, ਸਾਡੇ ਪੀਰਾਂ ਫਕੀਰਾਂ ਦਾ ਖੂਨ ਡੁੱਲਿਆ, ਸ਼ਹੀਦਾਂ ਦਾ। ਉਹਨਾਂ ਨੇ ਇਸ ਧਰਤੀ ਲਈ ਖੂਨ ਡੋਲਿਆ ਸੀ, ਔਰ ਤੁਸੀਂ ਇਹਨੂੰ ਐਂ ਹੀ ਛੱਡ ਕੇ ਤੁਰ ਚੱਲੇ ਹੋ। ਵਾਪਸ ਆਓ, ਮੁਹਾਰਾਂ ਮੋੜੋ। ਇਹ ਉਹ ਧਰਤੀ ਹੈ ਜਿਹੜੀ, ਹੁਣ ਕੈਨੇਡਾ ਮੈਂ ਵੀ ਗਿਆ, ਬਾਕੀ ਦੇਸ਼ਾਂ 'ਚ ਵੀ ਗਿਆ, ਇਹੋ ਜੀ ਵਧੀਆ ਪੌਣ ਪਾਣੀ, ਇਹੋ ਜਿਹਾ ਜੋ ਨੇਚਰ ਦੀ ਇੱਕ ਮਿਹਰਬਾਨੀ ਹੈ ਇਸ ਧਰਤੀ 'ਤੇ, ਉਹ ਕਿਤੇ ਨਹੀਂ। ਯੂਪੀ ਤੋਂ ਲੈ ਕੇ ਪਿਸ਼ਾਵਰ ਤੱਕ ਨਾ ਤੁਹਾਨੂੰ ਇਹੋ ਜਿਹੀ ਜ਼ਮੀਨ ਮਿਲੂਗੀ, ਨਾ ਇਹੋ ਜਿਹਾ ਜੋ ਇੱਕ ਨੇਚਰ ਦਾ ਸਿਸਟਮ ਹੈ, ਮੀਂਹ ਪੈਣ ਦਾ, ਨਦੀਆਂ ਦਾ, ਦਰਿਆਵਾਂ ਦਾ, ਕਿਤੇ ਨਹੀਂਗਾ। ਹਾਂ, ਸਾਡੇ ਸਿਸਟਮ ਨੇ ਜਾਂ ਸਿਸਟਮ ਨੂੰ ਚਲਾਉਣ ਵਾਲਿਆਂ ਨੇ ਕੁਝ ਗੜਬੜ ਕਰਤਾ ਹੈ। ਉਹ ਕਿਹਦਾ ਫਰਜ਼ ਹੈ? ਸਾਡਾ ਹੀ ਆ। ਉਹਨਾਂ ਦੀ ਉਹ ਕਿੱਥੋਂ ਨਿਕਲਦੇ ਨੇ? ਸੁਸਾਇਟੀ 'ਚੋਂ ਹੀ ਨਿਕਲਦੇ ਨੇ ਜਾਂ ਉੱਤੋਂ ਡਿੱਗ ਪੈਂਦੇ ਨੇ? ਅਸੀਂ ਚੁਣਦੇ ਹਾਂ, ਨਾ ਚੁਣੋ। ਗਲਤ ਹੈ ਤਾਂ ਬੋਲੋ ਆ ਗਲਤ ਹੈ। ਉਦੋਂ ਤਾਂ ਅਸੀਂ ਗੱਲ ਨਹੀਂ ਕਰਦੇ। ਪਰ ਪਤਾ ਕੀ ਹੈ, ਸਾਨੂੰ ਕਹਿਣਾ ਸੌਖਾ ਹੋ ਗਿਆ, ਉਂਗਲ ਕਰਨੀ ਸੌਖੀ ਆ ਉਹਦੇ ਵੱਲ। ਆਪਦੇ ਵੱਲ ਵੀ ਤਾਂ ਵੇਖੋ, ਸੁਧਾਰ ਆਪਦੇ ਤੋਂ ਸ਼ੁਰੂ ਹੁੰਦਾ ਹੈ ਕਿ ਮੈਂ ਸਹੀ ਹਾਂ, ਮੈਂ ਸੁਧਰਿਆ ਹੋਇਆ, ਫਿਰ ਮੈਂ ਦੂਜੇ ਨੂੰ ਕਹਾਂ ਭੱਜੋ ਨਾ, ਇਹ ਕੰਮ ਕਰੋ। ਰੰਧਾਵਾ ਸਾਹਿਬ, ਹੋਰ ਕੀ ਯੂਨੀਵਰਸਿਟੀ ਦੇ ਜਿਹੜੇ ਮਸਲੇ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ ਤੁਹਾਡੀ, ਕੀ ਮਸਲੇ ਨੇ ਹੋਰ ਜਿਹੜੇ ਯੂਨੀਵਰਸਿਟੀ ਦੇ ਵਿੱਚ ਹੱਲ ਕਰਨ ਵਾਲੇ ਨੇ? ਦੇਖੋ ਜੀ, ਇੱਕ ਤਾਂ ਇੰਪਲੋਇਮੈਂਟ ਦਾ ਮਸਲਾ ਹੈ, ਤੇ ਇੰਪਲੋਇਮੈਂਟ ਦੇ ਮਸਲੇ ਵਿੱਚ ਮੈਂ ਹਮੇਸ਼ਾ ਆਵਾਜ਼ ਇਹ ਉਠਾਉਣਾ ਹੈ ਕਿ ਜਿਹੜੀ ਟੀਚਰਸ ਦੀ ਰਿਟਾਇਰਮੈਂਟ ਦੀ ਏਜ ਹੈ ਉਹ ਵਧਾਈ ਨਾ ਜਾਵੇ। 60 ਤੋਂ 65 ਕਰ ਦਿੰਦੇ ਆ, ਉਹ ਬੜਾ ਗਲਤ ਹੈ। ਉਹਦੇ ਨਾਲ ਤੁਸੀਂ ਇੱਕ ਬੱਚਾ ਜਿਹੜਾ ਅੱਜ ਐਲੀਜੀਬਲ ਹੁੰਦਾ ਹੈ, ਉਹਨੂੰ ਤੁਸੀਂ 5 ਸਾਲ ਲਈ ਬਲੌਕ ਕਰ ਦਿੰਦੇ ਹੋ। ਦੂਸਰਾ, ਇੱਕ ਕੋਸਟ, ਜੇ ਆਪਾਂ ਕੋਸਟ ਇਫੈਕਟਿਵ ਵੇਖੀਏ, ਉਹ ਵੀ ਬੜਾ ਇੰਪੋਰਟੈਂਟ ਵਿਸ਼ਾ ਹੈ ਕਿ ਇੱਕ ਪ੍ਰੋਫੈਸਰ ਜਿਹੜਾ ਬੰਦਾ ਐਕਸਟੈਂਸ਼ਨ ਲੈਂਦਾ ਹੈ, 60 ਸਾਲ ਤੋਂ ਬਾਅਦ ਦੀ ਇੰਪਲੋਇਮੈਂਟ ਦੀ ਐਕਸਟੈਂਸ਼ਨ ਲੈਂਦਾ ਹੈ, ਉਹ ਐਕਸਟੈਂਸ਼ਨ ਉਹਨੂੰ ਮਿਲਦੀ ਹੈ ਕਿ ਜਿਹੜੀ ਉਹਦੀ ਲਾਸਟ ਪੇ ਡਰਾਨ ਹੈ, ਉਹ ਪੇ ਅਗਲੇ 5 ਸਾਲਾਂ 'ਚ ਉਹਨੂੰ ਮਿਲੇਗੀ। ਉਹਦੇ 'ਚ ਕਿਸੇ ਦੀ 1.5 ਲੱਖ ਹੁੰਦੀ ਹੈ, ਕਿਸੇ ਦੀ 2 ਲੱਖ ਹੁੰਦੀ ਹੈ, ਕਿਸੇ ਦੀ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਪਰ ਉਨੀ ਕੋਸਟ ਵਿੱਚ ਤੁਸੀਂ ਨਵੇਂ ਬੱਚੇ ਭਰਤੀ ਕਰਕੇ ਜਿਹੜਾ UGC ਦਾ ਫੁੱਲ ਸਕੇਲ ਹੈ, 50-55 ਹਜ਼ਾਰ ਜਿਹੜੀ ਉਹਨੂੰ ਤਨਖਾਹ ਮਿਲਦੀ ਹੈ, ਤੁਸੀਂ ਉਹ ਦੇ ਸਕਦੇ ਹੋ। ਮਤਲਬ ਇੱਕ ਪ੍ਰੋਫੈਸਰ ਨੂੰ ਐਕਸਟੈਂਸ਼ਨ ਦੇਣ ਦਾ ਮਤਲਬ ਹੈ ਕਿ ਤੁਸੀਂ ਉਹ 3 ਤੋਂ 4 ਬੱਚਿਆਂ ਦੀ ਬੇਰੁਜ਼ਗਾਰੀ ਦਾ ਸਾਧਨ ਖੜਾ ਕਰਤਾ। ਬੜਾ ਅਹਿਮ ਵਿਸ਼ਾ ਹੈ, ਔਰ ਮੈਂ ਸ਼ੁਰੂ ਤੋਂ ਹੀ ਸੈਨੇਟ ਦੇ ਵਿੱਚ ਇਸ ਦੇ ਖਿਲਾਫ ਆਵਾਜ਼ ਉਠਾਈ ਹੈ ਵੀ ਐਕਸਟੈਂਸ਼ਨ ਨਹੀਂ ਦਿੱਤੀ ਜਾਣੀ ਚਾਹੀਦੀ। ਹਾਂ, ਉਹ ਕਈ ਵਾਰੀ ਕਹਿੰਦੇ ਨੇ ਕਿ ਪ੍ਰੋਫੈਸਰਸ ਕਈ ਬੜੇ ਇੰਟੈਲੈਕਚੁਅਲ ਨੇ, ਉਹਨਾਂ ਨੂੰ ਰੱਖਣਾ ਪੈਂਦਾ ਹੈ। ਉਹਦੇ ਵਾਸਤੇ ਸਾਡੇ ਕੋਲ ਪ੍ਰਾਵਧਾਨ ਹੈ, ਉਹਨੂੰ ਕਹਿੰਦੇ ਆ ਪ੍ਰੋਫੈਸਰ ਐਮਰਾਈਟਸ। ਜਿਹੜਾ ਪ੍ਰੋਫੈਸਰ ਐਮਰਾਈਟਸ ਹੈ, ਉਹ ਆਪਣੇ ਸਬਜੈਕਟ ਦਾ ਜਾਂ ਆਪਣੇ ਫੈਕਲਟੀ ਦਾ ਜਾਂ ਏਰੀਏ ਦਾ ਜਿਹੜਾ ਵੀ ਉਹਦੇ 'ਚ ਮਾਹਰ ਹੈ, ਉਹਨੂੰ ਰੱਖਣ ਦਾ ਪ੍ਰਾਵਧਾਨ ਹੈ। ਆਪਾਂ ਉਹਨੂੰ ਰੱਖ ਸਕਦੇ ਹਾਂ। ਸੋ ਇਹ ਬੜਾ ਇੰਪੋਰਟੈਂਟ ਵਿਸ਼ਾ ਹੈ, ਜਿਹਦੇ ਵਿੱਚ ਕਿ ਇੰਟੈਲੈਕਚੁਅਲ ਜਿਹੜੇ ਨੇ, ਜ਼ਿਆਦਾ ਜਿਹੜੇ ਰਿਸਰਚ ਨਾਲ ਥਰੂ ਆਪਣੀ ਪੂਰੀ ਜ਼ਿੰਦਗੀ ਜੁੜੇ ਰਹਿੰਦੇ ਨੇ, ਉਹ ਪ੍ਰੋਫੈਸਰ ਐਮਰਾਈਟਸ ਬਣਾਏ ਜਾਣ। ਔਰ ਜਿਹੜੀ ਰਿਟਾਇਰਮੈਂਟ ਦੀ ਏਜ ਆ, ਉਹ 60 ਤੋਂ 65 ਬਿਲਕੁਲ ਨਾ ਕੀਤੀ ਜਾਵੇ। ਅੱਜ 65 ਕਰ ਦੋਗੇ, ਕੱਲ੍ਹ ਨੂੰ ਉਹ 70 ਮੰਗਣ ਲੱਗ ਜਾਣਗੇ। ਸੋ ਇਹ ਗਲਤ ਗੱਲ ਹੈ। ਔਰ ਦੂਸਰਾ ਬੜਾ ਇੰਪੋਰਟੈਂਟ ਵਿਸ਼ਾ ਹੈ ਜਿਹੜਾ, ਇੱਕ ਤਾਂ ਜਿਹੜੀ ਐਕੈਡੈਮਿਕ ਇੰਸਟੀਟਿਊਸ਼ਨਸ ਦੀ ਆਟੋਨੋਮੀ ਹੈ, ਇਹ ਬਰਕਰਾਰ ਰਹਿਣੀ ਚਾਹੀਦੀ ਹੈ। ਜਿਸ ਤਰੀਕੇ ਦੀ ਪੰਜਾਬ ਯੂਨੀਵਰਸਿਟੀ ਦੀ ਹੈ, ਜਿਹੜੇ ਪੁਰਾਣੇ ਵਿਦਿਅਕ ਸੰਸਥਾਵਾਂ ਨੇ, ਤਗੜੀਆਂ ਵੱਡੀਆਂ ਯੂਨੀਵਰਸਿਟੀਜ਼ ਨੇ, ਚਾਹੇ ਪੰਜਾਬ ਦੀਆਂ ਨੇ, ਹਰਿਆਣਾ ਦੀਆਂ ਨੇ, ਹਿਮਾਚਲ ਦੀਆਂ ਨੇ, ਜਾਂ ਦੇਸ਼ ਦੀਆਂ ਜਿਹੜੀਆਂ ਇੰਪੋਰਟੈਂਟ ਯੂਨੀਵਰਸਿਟੀਜ਼ ਨੇ, ਉਹਨਾਂ ਵਿੱਚ ਵੀ ਜਿਹੜੀ ਸ਼ਮੂਲੀਅਤ ਹੈ ਉੱਥੋਂ ਦੇ ਟੀਚਰਸ ਦੀ, ਨਾਨ ਟੀਚਰਸ ਦੀ, ਸਟੂਡੈਂਟਸ ਦੀ, ਐਕਸ ਸਟੂਡੈਂਟਸ ਦੀ, ਉਹ ਰਹਿਣੀ ਚਾਹੀਦੀ ਹੈ। ਉਹਨਾਂ ਦੀ ਪਾਲਿਸੀ ਮੇਕਿੰਗ ਦੇ ਵਿੱਚ, ਗਵਰਨੈਂਸ ਪਾਰਟ ਦੇ ਵਿੱਚ ਉਹਨਾਂ ਨੂੰ ਡਿਊਟੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦਾ ਉਹ ਇੱਕ ਜਿਹੜਾ ਦਰਦ ਹੁੰਦਾ ਉਸ ਇੰਸਟੀਟਿਊਸ਼ਨ ਨਾਲ ਜੁੜਿਆ ਹੁੰਦਾ, ਉਹਨਾਂ ਦਾ ਜਿਹੜਾ ਇਮੋਸ਼ਨਸ ਨੇ ਉਹ ਜੁੜੇ ਹੁੰਦੇ ਨੇ।
ਇਹ ਬੜੀ ਇੰਪੋਰਟੈਂਟ ਹੈ ਉਹਨਾਂ ਨੂੰ ਨਾਲ ਸ਼ਮੂਲੀਅਤ ਵਿੱਚ ਹਮੇਸ਼ਾ ਰੱਖਣਾ, ਪਾਲਿਸੀ ਮੇਕਿੰਗ ਦੇ ਹਿੱਸੇ ਵਿੱਚ ਰੱਖਣਾ। ਔਰ ਦੂਸਰੀ ਗੱਲ ਜਿਹੜਾ ਫਾਈਨਾਂਸ ਆਫ ਐਜੂਕੇਸ਼ਨ ਹੈ, ਇਹ ਬੜਾ ਇੰਪੋਰਟੈਂਟ ਸਬਜੈਕਟ ਹੈ। ਸਰਕਾਰਾਂ ਦਾ ਧਿਆਨ ਜਿਹੜਾ ਹੈ ਹਰ ਐਜੂਕੇਸ਼ਨ ਨਾਲ ਬਹੁਤ ਘਟ ਗਿਆ ਔਰ ਹੁਣ ਜਿਹੜਾ ਕਰੰਟ ਟ੍ਰੈਂਡ ਚੱਲ ਰਿਹਾ ਹੈਗਾ ਜਿਹਦੇ ਵਿੱਚ ਪੰਜਾਬ ਸਭ ਤੋਂ ਵੱਡਾ ਸਫਰਰ ਹੋਏਗਾ, ਇਹ ਅੱਜ ਨਹੀਂ ਆਉਣ ਵਾਲੇ ਹੋਰ 1.5 ਦਹਾਕੇ ਤੱਕ ਇੱਕ ਜਨਰੇਸ਼ਨ ਸ਼ਿਫਟ ਜਿਹੜਾ ਹੁੰਦਾ ਨਾ ਉਹਨੂੰ 25 ਸਾਲ ਦਾ ਟਾਈਮ ਲੱਗ ਜਾਂਦਾ ਹੈ। ਉਹਦਾ ਮਤਲਬ ਜਿੱਥੇ ਤੁਸੀਂ ਅੱਜ ਤੋਂ 25 ਸਾਲ ਪਹਿਲਾਂ ਖੜੇ ਸੀ, ਅੱਜ ਤੁਹਾਡੇ ਬੱਚੇ ਉਸ ਜਗ੍ਹਾ 'ਤੇ ਆਣ ਕੇ ਖੜੇ ਨੇ। ਸੋ ਜਦੋਂ ਇਹ ਜਨਰੇਸ਼ਨ ਸ਼ਿਫਟ ਹੁੰਦੀ ਹੈ ਨਾ ਜੀ, ਤੇ ਉਹਦੇ ਵਿੱਚ ਪਤਾ ਲੱਗਦਾ ਕਿ ਤੁਹਾਡੀਆਂ ਪਿਛਲੀਆਂ ਪ੍ਰਾਪਤੀਆਂ ਕੀ ਨੇ ਤੇ ਅਗਲੀ ਜਨਰੇਸ਼ਨ ਵਾਸਤੇ ਕੀ ਛੱਡ ਕੇ ਚੱਲੇ ਆ। ਜਿਹੜਾ ਡਰਸਟਿਕ ਫਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਯੂਥ ਦਾ ਡਰਸਟਿਕ ਫਾਲ ਆਉਣ ਵਾਲਾ ਹੈ। 9-10 ਸਾਲ ਦਾ ਸਮਾਂ ਲੰਘ ਗਿਆ ਜਦੋਂ ਦੇ ਸਾਡੇ ਬੱਚੇ ਬਾਹਰ ਜਾਣਾ ਸ਼ੁਰੂ ਕਰ ਚੁੱਕੇ ਨੇ, ਜਿਨ੍ਹਾਂ ਨੂੰ ਤੁਸੀਂ ਆਈਲੈਟਸ ਟ੍ਰੈਂਡ ਕਹਿ ਰਹੇ ਹੋ। ਹੋਰ 1.5 ਦਹਾਕਾ ਇਹ ਚੱਲ ਗਿਆ, ਇੱਕ ਜਨਰੇਸ਼ਨ ਸ਼ਿਫਟ ਹੋ ਜਾਏਗੀ। ਔਰ ਇੱਕ ਜਨਰੇਸ਼ਨ ਸ਼ਿਫਟ ਦਾ ਮਤਲਬ ਹੈ ਵੀ ਜੋ ਨਵੀਂ ਪੀੜ੍ਹੀ ਨੇ ਆ ਕੇ ਉਹ ਕਮਾਂਡ ਸੰਭਾਲਣੀ ਹੈ, ਉਹਦੇ ਵਿੱਚ ਡਰਸਟਿਕ ਫਾਲ ਹੋਏਗਾ ਪੜ੍ਹੇ ਲਿਖੇ ਯੂਥ ਦਾ ਅਵੇਲੇਬਿਲਟੀ ਦਾ ਪੰਜਾਬ ਵਿੱਚ। ਤੇ ਜਦੋਂ ਪੜ੍ਹਿਆ ਲਿਖਿਆ ਯੂਥ ਘਟੇਗਾ ਤੇ ਉਹ ਫਿਰ ਜਿਹੜਾ ਹੈ ਕਰੰਟ ਜਿਹੜੇ ਸਿਸਟਮਸ ਨੇ ਜਿਹਦੇ ਟ੍ਰੈਂਡਸ ਕਰਕੇ ਜਾਂ ਬੜੀਆਂ ਮਾੜੀਆਂ ਨੀਤੀਆਂ ਨੇ ਜਿਹੜੀਆਂ ਸਾਡੀਆਂ ਸਰਕਾਰਾਂ ਦੀਆਂ ਜਾਂ ਕਿਸੇ ਵੀ ਲੈਵਲ 'ਤੇ ਕਿ ਜਨਤਾ ਨੂੰ ਅਨਪੜ੍ਹ ਰੱਖਿਆ ਜਾਵੇ, ਉਹਨਾਂ ਨੂੰ ਨੌਲੇਜ ਤੋਂ ਪਰੇ ਰੱਖਿਆ ਜਾਵੇ, ਉਹਦੇ 'ਚੋਂ ਕਾਮਯਾਬ ਰਹਿਣਗੇ। ਸੋ ਮੈਂ ਇੱਥੇ ਜਿਹੜੇ ਸਰਕਾਰੀ ਉਪਰਾਲੇ ਵੀ ਨੇ ਜਿਹਦੇ ਵਿੱਚ ਕਿ ਉਹ ਕਹਿੰਦੇ ਨੇ ਕਿ ਅਸੀਂ ਸਰਕਾਰੀ ਅਦਾਰਿਆਂ ਵਿੱਚ ਆਈਲੈਟਸ ਦੀ ਵੀ ਟ੍ਰੇਨਿੰਗ ਦੇਣ ਦੀ ਗੱਲ ਕਵਾਂਗੇ, ਇਹ ਮੰਦਭਾਗਾ ਹੈ, ਬਹੁਤ ਮੰਦਭਾਗਾ ਸਟੈਪ ਹੈ। ਅਸੀਂ ਬਜਾਏ ਇਸ 'ਤੇ ਕਿ ਵੀ ਆਪਣਾ ਯੂਥ ਜਿਹੜਾ ਹੈ ਉਹਨੂੰ ਇੱਥੇ ਹੀ ਕੰਜ਼ਿਊਮ ਕਰੀਏ, ਆਪਣੇ ਹਿਊਮਨ ਰਿਸੋਰਸ ਨੂੰ ਆਪਣੇ ਮੁਲਕ ਲਈ ਵਰਤੀਏ, ਕਿ ਤੁਸੀਂ ਇੱਕ 18-20 ਸਾਲ ਦਾ ਬੱਚਾ ਚੰਗੇ ਤਰੀਕੇ ਨਾਲ ਪੜ੍ਹਿਆ ਹੋਇਆ ਵਧੀਆ ਹੱਟਾ ਕੱਟਾ ਤੁਸੀਂ ਪੈਦਾ ਕਰਕੇ ਦੂਸਰੇ ਦੇਸ਼ ਨੂੰ ਦੇ ਦਿੱਤਾ। ਅਤੇ ਸਭ ਤੋਂ ਵੱਡਾ ਸਰਮਾਇਆ ਕੀ ਹੈ ਦੇਸ਼ ਦਾ? ਹਿਊਮਨ ਰਿਸੋਰਸ। ਤੁਸੀਂ ਉਹੀ ਨਹੀਂ ਸੰਭਾਲ ਪਾ ਰਹੇ। ਸੋ ਇਹ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਆਉਣ ਵਾਲੇ ਦਹਾਕੇ 'ਚ ਇਹ ਹੋਏਗਾ ਜੇ ਟ੍ਰੈਂਡ ਇਵੇਂ ਚੱਲਦਾ ਰਿਹਾ। ਸੋ ਜੇ ਗੱਲ ਕਰੀਏ ਤਾਂ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਬੈਠੇ ਸੀਗੇ ਜਿੱਥੇ ਕਿ ਅਹਿਮ ਮੁੱਦਿਆਂ ਦੇ ਉੱਪਰ ਗੱਲ ਹੋਈ ਹੈਗੀ, ਪੰਜਾਬੀਅਤ ਨੂੰ ਲੈ ਕੇ ਗੱਲ ਹੋਈ ਆ। ਸਭ ਤੋਂ ਚਿੰਤਾ ਦਾ ਵਿਸ਼ਾ ਹੈਗਾ ਜਿਹੜੀ ਜਵਾਨੀ ਆ ਉਹ ਪ੍ਰਵਾਸ ਕਰ ਰਹੀ ਆ। ਜਵਾਨੀ ਨੂੰ ਪੰਜਾਬ ਦੀ ਵਿੱਚ ਰਹਿਣ ਦੀ ਲੋੜ ਆ, ਪੰਜਾਬ ਨੂੰ ਬਚਾਉਣ ਦੀ ਲੋੜ ਆ, ਪੰਜਾਬੀ ਨੂੰ ਬਚਾਉਣ ਦੀ ਲੋੜ ਆ ਤੇ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਆ। ਸੋ ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।